ਵਾਹਿਗੁਰੂ ਸਾਹਿਬ ਜੀ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰਕ ਮੂਰਤ ਹੈ ਜਗ ਆਇਓ। ਇਹ ਲੋਕ ਸੁਨਿਓ ਪਰਲੋਕ ਸੁਨਿਓ, ਬਿਦ ਲੋਕ ਸੁਨਿਓ ਸਭ ਦਰਸ਼ਨ ਪਾਇਓ। ਸੰਗਤ ਭਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਮੂਰਤ ਹੈ ਜਗ ਆਇਓ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਹਿਮ ਕਹਿ ਬਹੁ ਬਿਦ ਕਿਆ ਨਿਕਸਾਵਨਾ, ਵਹਿਰ ਗ੍ਰਾਮ ਤੇ ਨਿਕਸਿਓ ਜਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਸਤਿਗੁਰੂ ਜੀਆਂ ਨੇ ਸੰਧਿਆ ਦੇ ਸੁੰਦਰ ਦੀਵਾਨ ਬਖਸ਼ਿਸ਼ ਕੀਤੇ। ਗੁਰੂ ਕੀ ਬਾਣੀ ਦੇ ਕੀਰਤਨ ਸਰਵਨ ਕਰਕੇ ਮਿਲਿਆ ਹੋਇਆ ਸਮਾਂ ਤੇ ਸਵਾਦ ਸਫਲੇ ਬਣਾਏ ਨੇ। ਸੋ ਆਓ ਕੁਝ ਸਮੇਂ ਵਾਸਤੇ ਗੁਰ ਇਤਿਹਾਸ ਦੀ ਕਥਾ ਦੇ ਨਾਲ ਜੁੜੀਏ। ਪਿਛਲੇ ਦੀਵਾਨ ਦੇ ਅੰਦਰ ਸਰਵਨ ਕੀਤਾ ਹੈ, ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਨੂੰ ਛੱਡ ਕੇ ਭੈਰੋਵਾਲ ਪਿੰਡ ਵਿੱਚ ਪਹੁੰਚੇ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਆਏ, ਪਤਾ ਲੱਗਾ ਤਪੇ ਦੀ ਕਰਤੂਤ ਦਾ। ਪਿੰਡ ਵਾਲਿਆਂ ਨੂੰ ਇਕੱਠਾ ਕੀਤਾ, ਬਚਨ ਕੀਤੇ ਜੇ ਮੀਂਹ ਦੀ ਲੋੜ ਹੈ ਤੇ ਸਾਡੇ ਆਖੇ ਲਾ ਕੇ ਜਿਵੇਂ ਅਸੀਂ ਕਹਿੰਦੇ ਹਾਂ ਉਸੇ ਤਰ੍ਹਾਂ ਕਰੋ। ਸੋ ਇਹਨਾਂ ਨੂੰ ਭਰੋਸਾ ਦੇਣ ਵਾਸਤੇ ਜਦੋਂ ਤੁਸੀਂ ਤਪੇ ਦੇ ਡੇਰੇ ਪਹੁੰਚ ਜਾਓਗੇ, ਉਦੋਂ ਤੁਹਾਨੂੰ ਬੱਦਲ ਜਿਹੜੇ ਨੇ ਉਹ ਦਿਖਾਈ ਦੇਣ ਲੱਗ ਪੈਣਗੇ। ਸਾਡੀ ਗੱਲ ਤੇ ਯਕੀਨ ਕਰ ਲਿਓ ਤੇ ਫਿਰ ਤਪੇ ਨੂੰ ਬਾਹਰ ਕੱਢਿਓ। ਜਿੱਥੇ ਜਿੱਥੇ ਲੈ ਕੇ ਜਾਓਗੇ ਉੱਥੇ ਉੱਥੇ ਬਾਰਿਸ਼ ਪ੍ਰਾਪਤ ਹੋਵੇਗੀ। ਇਹ ਆਪਾਂ ਕੱਲ ਦੀਵਾਨ ਸਰਵਨ ਕੀਤਾ। ਆਓ ਅਗਲੀ ਵਿਚਾਰ ਦੇ ਨਾਲ ਜੁੜੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਹਿਰ ਗ੍ਰਾਮ ਤੇ ਨਿਕਸਿਓ ਜਦਾ। ਸੋ ਉਸ ਵੇਲੇ ਜਦੋਂ ਇਹਨਾਂ ਨੇ ਸਤਿਗੁਰੂ ਮਹਾਰਾਜ ਜੀਆਂ ਦਾ ਹੁਕਮ ਮੰਨ ਕੇ ਤੇ ਇਹ ਜਿਹੜੇ ਜ਼ਿਮੀਂਦਾਰ ਨੇ ਪਹੁੰਚ ਗਏ ਨੇ ਤਪੇ ਦੇ ਡੇਰੇ ਦੇ ਵਿੱਚ। ਸੋ ਉਸ ਵੇਲੇ ਜਾ ਕੇ ਕਈ ਤਰ੍ਹਾਂ ਦੇ ਬਚਨ ਬਲਾਸ ਜਿਹੜੇ ਨੇ ਉਸ ਤਪੇ ਦੇ ਨਾਲ ਕੀਤੇ ਹਨ। ਕਰਤ ਮਿਰਤ ਲਤਾ ਜੋਤ ਪਤਿਆਵਨ। ਸੋ ਇਹਨਾਂ ਲੋਕਾਂ ਨੇ ਬੜੇ ਪਿਆਰ ਦੇ ਨਾਲ ਮਿੱਠੀਆਂ ਗੱਲਾਂ ਕਹਿ ਕੇ ਤਪੇ ਨੂੰ ਭਰੋਸਾ ਦਿੱਤਾ ਕਿ ਅਸੀਂ ਤੇਰੇ ਕਹਿਣੇ ਮੁਤਾਬਕ ਚੱਲਦੇ ਹਾਂ ਤੇ ਸਾਡੀ ਬੇਨਤੀ ਇਹ ਹੈ ਵੀ ਤੁਸੀਂ ਆਪਣੀ ਕੁਟੀਆ ਵਿੱਚੋਂ ਬਾਹਰ ਨਿਕਲ ਕੇ ਸਾਡੇ ਖੇਤਾਂ ਵਿੱਚ ਚਰਨ ਪਾਓ ਤੇ ਸਾਡੇ ਤੁਹਾਡੇ ਚਰਨ ਪੈਣ ਦੇ ਨਾਲ ਸਾਨੂੰ ਮੀਂਹ ਦੀ ਪ੍ਰਾਪਤੀ ਹੋ ਜਾਵੇਗੀ। ਹਿਮ ਕਹਿ ਬਹੁ ਬਿਦ ਕਿਆ ਨਿਕਸਾਵਨ। ਸੋ ਇਸ ਤਰ੍ਹਾਂ ਕਹਿ ਕੇ ਬੜੇ ਉਹਨਾਂ ਨੇ ਤਰੀਕੇ ਦੇ ਨਾਲ ਗੱਲਾਂ ਬਾਤਾਂ ਦੇ ਨਾਲ ਤਪੇ ਨੂੰ ਬਾਹਰ ਕੱਢਣਾ ਚਾਹੁੰਦੇ ਵੀ ਕਿਵੇਂ ਨਾ ਕਿਵੇਂ ਦਰਵਾਜ਼ਾ ਖੋਲ ਕੇ ਤੇ ਬਾਹਰ ਆ ਜਾਵੇ।
ਇਸ ਤਰ੍ਹਾਂ ਬੜੀਆਂ ਗੱਲਾਂ ਸੁਣਾਈਆਂ, ਤਪੇ ਦੇ ਅੱਗੇ ਮਿਹਨਤ ਕੀਤੀ, ਤਰਲਾ ਕੀਤਾ ਹੈ। ਵਹਿਰ ਗ੍ਰਾਮ ਤੇ ਨਿਕਸਿਓ ਜਦਾ। ਸੋ ਉਸ ਵੇਲੇ ਨਹੀਂ ਮੰਨਿਆ ਤਪਾ, ਅੰਦਰੋਂ ਆਵਾਜ਼ ਦੇ ਰਿਹਾ, ਕਹਿਣ ਲੱਗਾ ਮੈਂ ਮੰਤਰ ਪੜ੍ਹ ਰਿਹਾ ਆ, ਮੈਂ ਜੰਤਰ ਪੜ੍ਹ ਰਿਹਾ ਹਾਂ, ਮੈਂ ਸਮਾਧੀ ਲਾ ਕੇ ਬੈਠਾ ਹੋਇਆ, ਮੇਰਾ ਧਿਆਨ ਜੁੜਿਆ ਹੋਇਆ ਹੈ, ਹੁਣ ਮੈਂ ਉੱਠ ਨਹੀਂ ਸਕਦਾ। ਉਸ ਵੇਲੇ ਇਹਨਾਂ ਜ਼ਿਮੀਂਦਾਰਾਂ ਨੇ ਇਕੱਠੇ ਹੋ ਕੇ ਉਹਦਾ ਦਰਵਾਜ਼ਾ ਜਿਹੜਾ ਹੈ ਉਹ ਤੋੜਨਾ ਸ਼ੁਰੂ ਕੀਤਾ। ਜਦੋਂ ਦਰਵਾਜ਼ੇ ਨੂੰ ਤੋੜਨ ਲੱਗੇ ਤੇ ਦਰਵਾਜ਼ਾ ਟੁੱਟਿਆ। ਇੰਨੇ ਚਿਰ ਦੇ ਵਿੱਚ ਕਹਿੰਦੇ ਬਹੁਤ ਜ਼ਿਆਦੀਆਂ ਕਾਲੀਆਂ ਘਟਾਵਾਂ ਚੜ ਕੇ ਆ ਗਈਆਂ। ਸੰਘਣਾ ਬੱਦਲ ਜਿਹੜਾ ਹੈ ਉਹ ਆਕਾਸ਼ ਦੇ ਵਿੱਚ ਛਾ ਗਿਆ। ਮੰਨ ਲਓ ਕਿ ਬਹੁਤ ਜ਼ਿਆਦੀ ਵਰਖਾ ਹੋਵੇਗੀ। ਸਮੁਖੇ ਆਏ ਘਨ ਦੇਖਿਓ ਤਦਾ। ਸੋ ਉਸ ਵੇਲੇ ਜਦੋਂ ਇਸ ਤਪੇ ਦੇ ਜਾ ਕੇ ਗਲ ਨੂੰ ਹੱਥ ਪਾਇਆ, ਮੋਢਿਆਂ ਤੋਂ ਫੜ ਕੇ ਚੁੱਕਿਆ ਇਸ ਨੂੰ ਵੀ ਚੱਲ ਬਾਹਰ ਨਿਕਲ, ਤੇ ਉਸ ਵੇਲੇ ਹਨੇਰੀ ਵੀ ਚੱਲ ਰਹੀ ਹੈ, ਬੱਦਲ ਵੀ ਲਿਸ਼ਕਦੇ ਪਏ, ਬਿਜਲੀ ਵੀ ਗੱਜਦੀ ਪਈ ਹੈ। ਸੋ ਕਹਿੰਦੇ ਖਿੱਚ ਕੇ ਇਹਦੇ ਡੇਰੇ ਦੇ ਵਿੱਚੋਂ ਇਹਨੂੰ ਬਾਹਰ ਕੱਢਿਆ। ਜਦੋਂ ਇਸ ਨੂੰ ਡੇਰੇ ਵਿੱਚੋਂ ਬਾਹਰ ਕੱਢਿਆ ਤੇ ਕਹਿੰਦੇ ਉਸ ਵੇਲੇ ਛੋਟੀ ਛੋਟੀ ਜਿਹੜੀ ਭੂਰ ਹੈ ਨਾ ਬੱਦਲਾਂ ਦੇ ਵਿੱਚੋਂ, ਪਾਣੀ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਉਹ ਡਿੱਗਣ ਲੱਗ ਪਈਆਂ ਹਨ। ਪਤਾ ਲੱਗੇ ਉਹ ਸਭ ਕੇ ਮਨ ਮਾਹੀ। ਸਾਰਿਆਂ ਨੂੰ ਹੁਣ ਭਰੋਸਾ ਹੋ ਗਿਆ ਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਤੇ, ਕਿ ਉਹਨਾਂ ਨੇ ਕਿਹਾ ਸੀ ਕਿ ਤਪੇ ਨੂੰ ਜਿਹੜੇ ਖੇਤ ਵਿੱਚ ਲੈ ਕੇ ਜਾਓਗੇ ਮੀਂਹ ਪਵੇਗਾ। ਸੋ ਦੂਜਾ ਬਚਨ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਦੋਂ ਤਪੇ ਨੂੰ ਫੜੋਗੇ ਉਦੋਂ ਬੱਦਲ ਆ ਜਾਣਗੇ ਤੇ ਮੀਂਹ ਦੀ ਸ਼ੁਰੂਆਤ ਹੋ ਜਾਵੇਗੀ। ਜਿੰਨੇ ਉਹਨਾਂ ਨੇ ਬਚਨ ਕਹੇ ਸਾਰੇ ਹੀ ਸੱਚੇ ਹੋਏ, ਸਾਰੇ ਹੀ ਪੂਰੇ ਹੋਏ। ਹੁਣ ਸਾਰਿਆਂ ਨੂੰ ਆਪਣੇ ਖੇਤ ਵਿੱਚ ਪਾਣੀ ਚਾਹੀਦਾ, ਭਾਵੇਂ ਕੋਈ ਛੋਟਾ ਜ਼ਿਮੀਂਦਾਰ ਹੈ, ਭਾਵੇਂ ਕੋਈ ਵੱਡਾ ਜ਼ਿਮੀਂਦਾਰ ਹੈ, ਕਿਸੇ ਕੋਲ ਜ਼ਿਆਦੀ ਜ਼ਮੀਨ ਹੈ, ਕਿਸੇ ਕੋਲ ਘੱਟ ਹੈ। ਸਾਰੇ ਚਾਹੁੰਦੇ ਕਿ ਪਹਿਲਾਂ ਮੇਰੇ ਖੇਤ ਨੂੰ ਲੈ ਕੇ ਚੱਲੀਏ, ਦੂਜਾ ਆਂਦਾ ਪਹਿਲਾਂ ਮੇਰੇ ਖੇਤ ਨੂੰ ਲੈ ਕੇ ਚੱਲੀਏ। ਸੋ ਕਹਿੰਦੇ ਆਪਸ ਵਿੱਚ ਹੀ ਗੁੱਥ ਮਗੁੱਥਾ ਹੋ ਗਿਆ ਇੱਕ ਦੂਜੇ ਦੇ ਨਾਲ। ਤਪੇ ਦੀ ਕੋਈ ਬਾਂਹ ਖਿੱਚਦਾ, ਕੋਈ ਲੱਤ ਖਿੱਚਦਾ, ਉਹਦੇ ਕੱਪੜੇ ਪਾੜ ਗਏ, ਚਪੇੜਾ ਮਾਰ ਮਾਰ ਕੇ ਉਹਦਾ ਮੂੰਹ ਲਾਲ ਕਰ ਦਿੱਤਾ। ਸੋ ਕਹਿੰਦੇ ਇੱਕ ਦੂਜੇ ਆਪਣੇ ਆਪਣੇ ਖੇਤ ਨੂੰ ਖਿੱਚਦੇ ਹਨ। ਗੁਰਸਿੱਖ ਭਲਿਓ ਸੋ ਮਿਥਿਆ ਨਾਹੀ। ਸੋ ਉਸ ਵੇਲੇ ਇਹ ਜ਼ਿਮੀਂਦਾਰ ਕਹਿੰਦੇ ਵੀ ਜੋ ਸਿੱਖ ਨੇ ਕਿਹਾ ਸੀ ਨਾ, ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਸਿੱਖ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਜੋ ਵੀ ਕਿਹਾ, ਕਹਿੰਦੇ ਉਹ ਬਚਨ ਝੂਠਾ ਨਹੀਂ ਹੋਇਆ, ਬਿਲਕੁਲ ਹੀ ਸੱਚਾ ਬਚਨ ਹੋਇਆ। ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ ਉਹ ਪੂਰੀਆਂ ਹੋਈਆਂ ਹਨ। ਕਰਤ ਵਾਰਤਾ ਵੇਗ ਚੱਲੇ ਹੈ। ਇਸ ਤਰ੍ਹਾਂ ਕਹਿੰਦੇ ਨਾਲੇ ਤੇ ਆਪਸ ਵਿੱਚ ਗੱਲਾਂ ਕਰਦੇ ਜ਼ਿਮੀਂਦਾਰ ਇੱਕ ਦੂਜੇ ਦੇ ਨਾਲ, ਕਿ ਜਿਵੇਂ ਸਿੱਖ ਨੇ ਕਿਹਾ, ਕਹਿੰਦੇ ਵੇਖੋ ਉਵੇਂ ਹੀ ਹੋਇਆ ਭਾਈ, ਆਪਾਂ ਨੂੰ ਹੁਣ ਭਰੋਸਾ ਆ ਗਿਆ ਸਿੱਖ ਦੀ ਗੱਲ ਤੇ ਨਾਲੇ ਉਸ ਤਪੇ ਨੂੰ ਫੜਿਆ ਹੋਇਆ ਹੈ। ਖਿੱਚਦੇ ਨੇ, ਕੋਈ ਇੱਧਰ ਨੂੰ ਖਿੱਚਦਾ, ਕੋਈ ਉੱਧਰ ਨੂੰ ਖਿੱਚਦਾ, ਤੇ ਦੌੜੇ ਜਾ ਰਹੇ ਨੇ ਆਪੋ ਆਪਣੀ ਜ਼ਮੀਨ ਵੱਲ ਦੇ ਨੂੰ। ਇੱਕ ਆਂਦਾ ਮੈਂ ਪਹਿਲਾਂ ਲੈ ਕੇ ਜਾਣਾ, ਦੂਜਾ ਆਂਦਾ ਪਹਿਲਾਂ ਮੇਰੀ ਪੈਲੀ ਜ਼ਮੀਨ ਵਿੱਚ ਲੈ ਕੇ ਚੱਲੋ। ਸੋ ਇਸ ਤਰ੍ਹਾਂ ਕਹਿੰਦੇ ਉਹਦੀ ਖਿਚਾ ਧੂ ਹੋ ਰਹੀ ਹੈ। ਪ੍ਰਤੱਖ ਸਿੱਖ ਕੋ ਬਾਖ ਭਲੇ ਹੈ। ਸੋ ਉਸ ਵੇਲੇ ਕਹਿੰਦੇ ਵੀ ਗੁਰੂ ਦੇ ਸਿੱਖ ਦੇ ਤੇ ਬਚਨ ਜਿਹੜੇ ਪ੍ਰਤਾਖੀ ਹੋਏ, ਸਾਹਮਣੇ ਹੀ ਵੇਖ ਲਏ ਆਪਾਂ ਕਿ ਇਸੇ ਤਰ੍ਹਾਂ ਹੀ ਹੋਇਆ ਜਿਵੇਂ ਉਹਨਾਂ ਨੇ ਕਿਹਾ ਹੈ। ਲੈ ਜਬ ਗਏ ਕਿਦਾਰ ਮਜ਼ਾਰ। ਇਸ ਤਰ੍ਹਾਂ ਕਹਿੰਦੇ ਉਸ ਤਪੇ ਨੂੰ ਚੁੱਕ ਕੇ ਨਾ ਉਹਦੇ ਕੁਟਿਆ ਦੇ ਵਿੱਚੋਂ, ਉਹਦੇ ਸਥਾਨ ਤੋਂ ਉਹਦੇ ਥੱਲੇ ਪੈਰ ਤੱਕ ਨਹੀਂ ਲੱਗਦੇ, ਮੋਢਿਆਂ ਤੇ ਚੁੱਕਿਆ ਹੋਇਆ। ਤੇ ਕਹਿੰਦੇ ਇਸ ਤਰ੍ਹਾਂ ਜਦੋਂ ਖੇਤਾਂ ਵਿੱਚ ਲੈ ਕੇ ਗਏ ਹਨ, ਪਰਖਨ ਬੂੰਦਾ ਲੱਗੀ ਫੁਹਾਰ। ਤੇ ਉਸ ਵੇਲੇ ਬਹੁਤ ਜਾਂਦੀਆਂ ਬੂੰਦਾਂ ਜਿਹੜੀਆਂ ਨੇ ਮੀਂਹ ਦੀਆਂ ਵਰਖਣ ਲੱਗ ਪਈਆਂ, ਫੁਹਾਰੇ ਛੁੱਟ ਗਏ ਮੀਂਹ ਦੇ, ਕਿਣਮਿਣ ਸ਼ੁਰੂ ਹੋ ਗਈ ਹੈ ਤੇ ਉਸ ਵੇਲੇ ਮੀਂਹ ਪੈਣਾ ਆਰੰਭ ਹੋ ਗਿਆ ਹੈ। ਦੂਸਰ ਖੇਤ ਵਿਖੇ ਪਗ ਧਾਰਾ। ਸੋ ਜਦੋਂ ਇਸ ਨੇ ਪੈਰ ਆਪਣੇ ਪਾਏ ਖੇਤਾਂ ਵਿੱਚ, ਗੁਰੂ ਅਮਰਦਾਸ ਮਹਾਰਾਜ ਦੇ ਬਚਨ ਸਨ, ਜਿਹੜੇ ਜਿਹੜੇ ਖੇਤ ਵਿੱਚ ਲੈ ਕੇ ਜਾਓਗੇ ਮੀਂਹ ਮਗਰ ਹੀ ਤੁਰਿਆ ਆਵੇਗਾ। ਜਦੋਂ ਇਸ ਨੂੰ ਖੇਤਾਂ ਵਿੱਚ ਲੈ ਕੇ ਗਏ ਹਨ, ਮੋਚਤ ਭਏ ਮੇਘ ਜਲ ਧਾਰਾ। ਤੇ ਕਹਿੰਦੇ ਬੱਦਲਾਂ ਦੇ ਵਿੱਚੋਂ ਬਹੁਤ ਜ਼ਿਆਦਾ ਮੀਂਹ ਜਿਹੜਾ ਹੈ ਨਾ ਉਹ ਸ਼ੈਬਰ ਹੀ ਲੱਗ ਗਈ ਹੈ। ਇੰਨਾ ਮੋਟੀ ਮੋਟੀ ਕਣੀ ਦਾ ਮੀਂਹ ਪੈਂਦਾ ਕਿ ਜਦੋਂ ਮੂੰਹ ਤੇ ਪੈਂਦੀਆਂ ਕਣੀਆਂ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਚਪੇੜਾ ਮਾਰਦਾ ਪਿਆ। ਮੋਟੀ ਮੋਟੀ ਕਣੀ ਦਾ ਮੀਂਹ ਕਹਿੰਦੇ ਉਸੇ ਵੇਲੇ ਪੈਣਾ ਸ਼ੁਰੂ ਹੋ ਗਿਆ ਹੈ। ਲੰਘ ਦਿਨ ਰਹਿਓ ਚਿੰਤ ਉਪਜਾਵੇ। ਹੁਣ ਗੱਲ ਇਹ ਹੈ ਵੀ ਸ਼ਾਮ ਪੈ ਰਹੀ ਹੈ, ਸੂਰਜ ਡੁੱਬਣ ਦਾ ਸਮਾਂ ਹੈ ਤੇ ਸਾਰਿਆਂ ਨੂੰ ਚਿੰਤਾ ਹੈ ਕਿ ਰਾਤ ਨੂੰ ਕੀ ਕਰਾਂਗੇ।
ਦਿਨ ਖੜਾ ਹੈ ਤੇ ਪਹਿਲਾਂ ਮੇਰੀ ਜ਼ਮੀਨ ਵਿੱਚ ਲੈ ਕੇ ਇਹਨੂੰ ਚੱਲੀਏ। ਦੂਜਾ ਕਹਿੰਦਾ ਮੇਰੀ ਜ਼ਮੀਨ ਵਿੱਚ ਪਹਿਲਾਂ ਜਾ ਆਵੇ, ਰਾਤ ਨੂੰ ਕਿੱਥੇ ਤੁਰੇ ਫਿਰਾਂਗੇ। ਦਿਨ ਥੋੜਾ ਹੈ ਤੇ ਮੀਂਹ ਸਾਰੇ ਹੀ ਚਾਹੁੰਦੇ ਨੇ। ਸੋ ਕਹਿੰਦੇ ਇਹ ਤਪੇ ਵਾਸਤੇ ਹੋਰ ਵੱਡੀ ਬਿਪਤਾ ਬਣ ਗਈ ਹੈ। ਨਿਜ ਨਿਜ ਦਿਸ ਕੋ ਚਹਿਤ ਚਲਾਵੇ। ਸੋ ਉਸ ਵੇਲੇ ਆਪੋ ਆਪਣੀ ਦਿਸ਼ਾ ਨੂੰ, ਜਿਹਦਾ ਜਿੱਧਰ ਨੂੰ ਖੇਤ ਹੈ ਉਧਰ ਨੂੰ ਖਿੱਚਦਾ। ਪਹਿਲਾਂ ਮੇਰੇ ਖੇਤ ਵਿੱਚ ਲੈ ਕੇ ਚੱਲੋ, ਦੂਜਾ ਆਂਦਾ ਨਹੀਂ ਪਹਿਲਾਂ ਮੇਰੇ ਖੇਤ ਵਿੱਚ। ਉਹਨੂੰ ਖਿੱਚ ਖਿੱਚ ਕੇ ਉਹਦਾ ਮੰਦਾ ਹਾਲ ਕਰ ਦਿੱਤਾ ਹੈ। ਆਪਸ ਮੈਂ ਰਾਹਕ ਕਰ ਗਿਨ ਕੋ। ਸੋ ਉਸ ਵੇਲੇ ਜਿਹੜੇ ਰਾਹਕ ਨੇ ਨਾ, ਜ਼ਿਮੀਂਦਾਰ, ਉਹ ਕਹਿੰਦੇ ਆਪਸ ਵਿੱਚ ਹੀ ਗਿਣਤੀ ਕਰਦੇ, ਵਿਚਾਰਾਂ ਕਰਦੇ ਹਨ। ਕਿਮ ਇਹੋ ਕਾਰਜ ਪੂਰ ਸਭਨ ਕੋ। ਸੋ ਕਹਿੰਦੇ ਬੰਦਾ ਇੱਕ ਹੈ ਤੇ ਕਾਰਜ ਸਾਰਿਆਂ ਦਾ, ਕਿਵੇਂ ਇਹ ਪੂਰਾ ਹੋਵੇਗਾ ਸਾਡਾ ਕੰਮ। ਨਿਜ ਕਿਦਾਰ ਦਿਸ ਐਚਨ ਲਾਗੇ। ਸਾਰੇ ਹੀ ਆਪੋ ਆਪਣੇ ਖੇਤ ਨੂੰ ਖਿੱਚਦੇ ਨੇ, ਕੋਈ ਇੱਧਰ ਨੂੰ ਕੋਈ ਉਧਰ ਨੂੰ ਖਿੱਚ ਕੇ ਲੈ ਕੇ ਜਾਂਦਾ ਹੈ। ਜਿਦਤ ਪਰਸਪਰ ਰਿਸ ਉਰ ਜਾਗੇ। ਜਦੋਂ ਕਹਿੰਦੇ ਜ਼ਿਮੀਂਦਾਰ ਖਿੱਚਦੇ ਨੇ ਨਾ ਇਹਨੂੰ ਆਪੋ ਆਪਣੇ ਖੇਤਾਂ ਨੂੰ, ਤੇ ਉਹਨੂੰ ਕਚੀਚੀਆਂ ਚੜ੍ਹਦੀਆਂ ਨੇ, ਉਹਨੂੰ ਗੁੱਸਾ ਆਉਂਦਾ ਤਪੇ ਨੂੰ। ਬੜੇ ਗੁੱਸੇ ਦੇ ਨਾਲ ਮੂੰਹ ਲਾਲ ਕਰ ਕਰਕੇ, ਦੰਦ ਤਿੱਖੇ ਕਰ ਕਰਕੇ ਉਹਨਾਂ ਨੂੰ ਵੇਖਦਾ, ਬੜੇ ਗੁੱਸੇ ਦੇ ਨਾਲ, ਬੜੇ ਉੱਚੀ ਉੱਚੀ ਕਹਿੰਦਾ ਮੈਂ ਤੁਹਾਨੂੰ ਸ਼ਰਾਪ ਦੇ ਦਿਆਂਗਾ, ਮੈਂ ਤੁਹਾਡੀ ਕੁੱਲ ਨਾਸ ਕਰ ਦਿਆਂਗਾ, ਮੈਂ ਤੁਹਾਡਾ ਇਸ ਤਰ੍ਹਾਂ ਕਰ ਦਿਆਂਗਾ ਮੰਤਰ ਪੜ੍ਹ ਕੇ। ਸੋ ਕਹਿੰਦੇ ਬੜਾ ਖਿੱਚ ਖਿੱਚ ਕੇ ਪੈਂਦਾ ਜ਼ਿਮੀਂਦਾਰਾਂ ਨੂੰ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਹੈ। ਉਹ ਇਹਦੀ ਖਿੱਚ ਵੱਲ ਨਹੀਂ ਵੇਖਦੇ ਵੀ ਇਹ ਪੈਂਦਾ ਪਿਆ ਕਿ ਕੀ ਕਹਿੰਦਾ। ਉਹਨਾਂ ਨੂੰ ਤੇ ਮੀਂਹ ਦੇ ਨਾਲ ਮਤਲਬ ਹੈ। ਸੋ ਕਹਿੰਦੇ ਗੁੱਸਾ ਤੇ ਬੜਾ ਵਿਖਾਉਂਦਾ ਹੈ, ਸੋ ਪਰ ਇਹਦਾ ਵਸ ਨਹੀਂ ਕੋਈ ਚੱਲਦਾ ਹੈ। ਤਪਾ ਭਇਓ ਵਿਆਕੁਲ ਤਿਸ ਕਾਲਾ। ਸੋ ਉਸ ਵੇਲੇ ਤਪਾ ਜਿਹੜਾ ਹੈ ਨਾ ਵਿਆਕੁਲ ਹੋ ਗਿਆ। ਜਦੋਂ ਬੋਲਦਾ ਅੱਗੋਂ ਕੋਈ ਗੱਲ ਕਹਿੰਦਾ ਤੇ ਫਿਰ ਚਪੇੜਾਂ ਪੈਂਦੀਆਂ ਮੂੰਹ ਦੇ ਉੱਪਰ, ਚਪੇੜਾਂ ਖਾ ਖਾ ਕੇ, ਘੁਸੁੰਨ ਮੁਕੀਆਂ ਖਾ ਖਾ ਕੇ ਤੇ ਬੇਬਲ ਹੋ ਗਿਆ। ਹੁਣ ਨਹੀਂ ਰਹਿ ਗਈ ਸਰੀਰ ਦੇ ਵਿੱਚ ਸਤਿਆ, ਨਾ ਬੋਲਣ ਦੀ ਨਾ ਚੱਲਣ ਦੀ। ਕਹਿੰਦੇ ਇਸ ਤਰ੍ਹਾਂ ਦੀ ਮੰਦੀ ਹਾਲਤ ਹੋ ਗਈ ਹੈ। ਝਿਰਕ ਝਿਰਕ ਤਿਨ ਪਰੈ ਵਿਸਾਲਾ। ਸੋ ਕਹਿੰਦੇ ਝਿੜਕਾਂ ਮਾਰਦਾ ਹੈ, ਝਿੜਕ ਝਿੜਕੇ, ਜਿਵੇਂ ਕੋਈ ਬੰਦਾ ਖਿੱਚ ਖਿੱਚ ਕੇ ਪੈਂਦਾ ਨਾ ਕਿਸੇ ਗੱਲ ਤੋਂ ਗੁੱਸੇ ਦੇ ਵਿੱਚ ਆ ਕੇ, ਉਹਦੀ ਸੁਣਦਾ ਕੋਈ ਨਹੀਂ ਪਰ ਪੈਂਦਾ ਜ਼ਰੂਰ ਹੈ। ਕਹਿੰਦੇ ਇਸੇ ਤਰ੍ਹਾਂ ਹੀ ਤਪੇ ਦਾ ਹਾਲ ਹੈ। ਤਪੇ ਦੀ ਸੁਣਦਾ ਕੋਈ ਨਹੀਂ ਪਿਆ। ਜ਼ਿਮੀਂਦਾਰ ਰੌਲਾ ਪੈ ਰਿਹਾ, ਸਾਰੇ ਪਿੰਡ ਦੇ ਲੋਕ ਇਕੱਠੇ ਨੇ, ਤਪੇ ਦੀ ਸੁਣਦਾ ਕੋਈ ਨਹੀਂ। ਤੇ ਪਾਰੇ ਕਹਿੰਦੇ ਅੱਗੋਂ ਗੁੱਸੇ ਦੇ ਨਾਲ ਪੈਂਦਾ ਹੈ ਸਾਰਿਆਂ ਨੂੰ ਛੁੱਟ ਛੁੱਟ ਕੇ ਕਿ ਮੈਂ ਤੁਹਾਨੂੰ ਸ਼ਰਾਪ ਦੇ ਦੇਵਾਂਗਾ। ਕਹਿਓ ਤਪੇ ਕੋ ਨਹਿ ਕੋ ਮਾਨੈ। ਕੋਈ ਨਹੀਂ ਮੰਨਦਾ ਤਪੇ ਦੀ ਗੱਲ, ਕਿਹੜਾ ਮੰਨੇ। ਉਹਨਾਂ ਨੂੰ ਮੀਂਹ ਦੀ ਲੋੜ ਹੈ ਤੇ ਮੀਂਹ ਗੁਰੂ ਅਮਰਦਾਸ ਮਹਾਰਾਜ ਨੇ ਪਵਾ ਦਿੱਤਾ ਬਚਨ ਕਰਕੇ। ਤੇ ਸਤਿਗੁਰਾਂ ਨੇ ਤਪੇ ਦਾ ਤੇ ਬਹਾਨਾ ਹੀ ਬਣਾਇਆ। ਮਹਾਰਾਜ ਜੀ ਉਦਾਂ ਵੀ ਕਹਿੰਦੇ ਨਾ ਮੀਂਹ ਪੈ ਜਾਏਗਾ ਤੇ ਪੈ ਹੀ ਜਾਣਾ, ਉਹਨਾਂ ਦੇ ਬਚਨ ਮੋੜੇ ਨਹੀਂ ਜਾ ਸਕਦੇ। ਇਹ ਤੇ ਕੇਵਲ ਇੱਕ ਬਹਾਨਾ ਹੈ ਤਪੇ ਨੂੰ ਸਜ਼ਾ ਦੇਣ ਦਾ, ਵੀ ਜਿਹੜਾ ਗੁਰੂ ਨਿਰਵੈਰ ਹੈ ਉਹਦੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ। ਜਿਹੜਾ ਕੋਈ ਇਸ ਤਰ੍ਹਾਂ ਈਰਖਾ ਕਰਦਾ ਨਿਰਵੈਰ ਗੁਰੂ ਦੇ ਨਾਲ, ਉਹਨੂੰ ਫਿਰ ਇਸ ਤਰ੍ਹਾਂ ਸਜ਼ਾਵਾਂ ਵੀ ਮਿਲਦੀਆਂ। ਕੇਵਲ ਸਜ਼ਾ ਦੇ ਰਹੇ ਨੇ, ਉਹਨੂੰ ਕੀਤੀ ਦਾ ਫਲ ਭੁਗਤਾ ਰਹੇ ਨੇ। ਮੀਂਹ ਦਾ ਤੇ ਇੱਕ ਬਹਾਨਾ ਹੈ, ਕਿਉਂਕਿ ਤਪੇ ਨੇ ਆਪ ਸ਼ੁਰੂਆਤ ਕੀਤੀ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕੱਢਣ ਦੇ ਵਿੱਚ ਉਹਨੇ ਬਹਾਨਾ ਬਣਾ ਲਿਆ ਮੀਂਹ ਦਾ। ਕਹਿੰਦਾ ਤਾਂ ਪਵੇਗਾ ਗੁਰੂ ਬਾਹਰ ਕੱਢੋ, ਬਹਾਨਾ ਆਪ ਬਣਾਇਆ, ਸ਼ੁਰੂਆਤ ਉਹਨੇ ਆਪ ਕੀਤੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਉਹਦੇ ਉੱਪਰ ਉਲਟ ਵਾਰ ਕੀਤਾ। ਕਹਿੰਦੇ ਇਹਨੂੰ ਖੇਤਾਂ ਵਿੱਚ ਲੈ ਕੇ ਜਾਓ ਤੇ ਮੀਂਹ ਪਵੇਗਾ। ਹੁਣ ਉਹਨੂੰ ਸਜ਼ਾ ਦਿਵਾਉਂਦੇ ਪਏ ਕਿ ਨਿਰਵੈਰ ਗੁਰੂ ਦੇ ਨਾਲ ਵੈਰ ਨਹੀਂ ਕਰਨਾ ਚਾਹੀਦਾ। ਨਿਜ ਕਿਦਾਰ ਢਿੱਗ ਸਭ ਕੋ ਆਨੈ। ਸੋ ਆਪਣੇ ਖੇਤ ਸਾਰਿਆਂ ਨੂੰ ਚੰਗੇ ਨੇ। ਜ਼ਿਮੀਂਦਾਰ ਕਹਿੰਦਾ ਕਿ ਮੇਰੇ ਖੇਤ ਨੂੰ ਲੈ ਕੇ ਚੱਲੀਏ, ਆਪੋ ਆਪਣੇ ਖੇਤਾਂ ਵੱਲ ਨੂੰ ਖਿੱਚਦੇ ਨੇ ਉਸ ਨੂੰ ਯੋਰ ਯੋਰ ਦੇ ਨਾਲ। ਖੈਂਚਤ ਖੈਂਚਤ ਭਇਓ ਬਿਹਾਲਾ। ਕਹਿੰਦੇ ਖਿੱਚਦਿਆਂ ਗੁੱਟ ਵੀ ਨਿਕਲ ਗਏ, ਮੋਢੇ ਵੀ ਨਿਕਲ ਗਏ। ਤੇ ਉਸ ਵੇਲੇ ਦਰਦ ਦੇ ਨਾਲ ਹਾਏ ਹਾਏ ਕਰਦਾ, ਚੀਕਾਂ ਮਾਰਦਾ, ਪਰ ਕੋਈ ਇਹਦੀ ਚੀਕ ਨੂੰ, ਇਹਦੇ ਦੁੱਖ ਨੂੰ ਸੁਣਦਾ ਨਹੀਂ ਹੈ। ਬੋਲਣ ਤੇ ਥੱਕ ਰਹਿਓ ਨਾ ਚਾਲਾ। ਹੁਣ ਨਾ ਤੇ ਬੋਲਿਆ ਜਾਂਦਾ, ਚਪੇੜਾਂ ਖਾ ਖਾ ਕੇ, ਤੇ ਨਾ ਹੀ ਹੁਣ ਚੱਲਿਆ ਜਾਂਦਾ। ਠੁੱਡੇ ਖਾ ਖਾ ਕੇ, ਮੁਕੀਆਂ ਘਸੁੰਨ ਖਾ ਖਾ ਕੇ ਚੱਲਣ ਤੋਂ ਵੀ ਰਹਿ ਗਿਆ। ਤੇ ਇਸ ਤਰ੍ਹਾਂ ਕਹਿੰਦੇ ਬੋਲਣ ਤੋਂ ਵੀ ਰਹਿ ਗਿਆ ਹੈ। ਜਬ ਚਲਬੇ ਤੇ ਹਟ ਸੋ ਰਹੋ। ਸੋ ਜਦੋਂ ਚੱਲਣ ਤੋਂ ਸਮਰੱਥ ਹੋ ਗਿਆ, ਅਸਮਰੱਥ ਹੋ ਗਿਆ ਤੇ ਡਿੱਗ ਪਿਆ। ਉਸੇ ਵੇਲੇ ਬੇਹੋਸ਼ੀ ਦਾ ਨਾਟਕ ਕਰਨ ਲੱਗ ਪਿਆ ਵੀ ਮੈਂ ਤੇ ਬੇਹੋਸ਼ ਹੋ ਗਿਆ ਹਾਂ, ਮੈਨੂੰ ਤੇ ਹੁਣ ਸੁਰਤ ਨਹੀਂ ਰਹੀ, ਮੈਂ ਤੇ ਮਰ ਚੱਲਿਆ। ਬੇਹੋਸ਼ ਹੋ ਕੇ ਡਿੱਗ ਪਿਆ, ਚੱਲਦਾ ਨਹੀਂ ਹੈ।
ਤੇ ਉਸ ਵੇਲੇ ਮੋਹਨ ਪਿਤਾ ਆਏ ਤਬ ਕਹੂੰ। ਸੋ ਕਹਿਣ ਲੱਗੇ ਬਾਬਾ ਮੋਹਨ ਜੀ ਦੇ ਪਿਤਾ ਕੌਣ ਨੇ? ਗੁਰੂ ਅਮਰਦਾਸ ਮਹਾਰਾਜ ਜੀ। ਸਤਿਗੁਰੂ ਮਹਾਰਾਜ ਜੀ ਨੂੰ ਪੁੱਛਿਆ ਜਾ ਕੇ, ਜ਼ਿਮੀਂਦਾਰ ਕਹਿੰਦੇ ਮਹਾਰਾਜ ਉਹ ਤੇ ਡਿੱਗ ਪਿਆ, ਉਹ ਤੇ ਜਾਂਦਾ ਹੀ ਨਹੀਂ ਕਿਸੇ ਬੰਨੇ। ਤੁਸੀਂ ਆਖਦੇ ਹੋ ਵੀ ਜਿਹੜੇ ਬੰਨੇ ਉਹਦੇ ਪੈਰ ਪੈਣਗੇ ਉਧਰ ਮੀਂਹ ਪਵੇਗਾ, ਉਹ ਤੇ ਬੇਹੋਸ਼ ਹੋ ਕੇ ਡਿੱਗ ਪਿਆ, ਹੁਣ ਅਸੀਂ ਕੀ ਕਰੀਏ? ਮਾਸ ਅਸਥ ਜਹ ਜਹ ਲੈ ਜਹ। ਮਹਾਰਾਜ ਕਹਿਣ ਲੱਗੇ ਭਾਈ ਪਿਆਰਿਓ ਕੋਈ ਗੱਲ ਨਹੀਂ, ਜਿਵੇਂ ਦਾ ਇਸਨੇ ਕਰਮ ਕੀਤਾ ਹੈ ਹੁਣ ਭਾਵੇਂ ਉਹ ਬੇਹੋਸ਼ ਹੋਵੇ ਤੇ ਭਾਵੇਂ ਪਖੰਡ ਕਰੇ, ਫਲ ਤੇ ਇਹਨੂੰ ਮਿਲਣਾ ਹੀ ਹੈ। ਸੋ ਜਿਸ ਤਰ੍ਹਾਂ ਦਾ ਬੀ ਕੋਈ ਬੀਜਦਾ ਹੈ ਉਸ ਤਰ੍ਹਾਂ ਦੇ ਕਰਮ ਉਸ ਨੂੰ ਪ੍ਰਾਪਤ ਹੁੰਦੇ ਨੇ। ਜੈਸਾ ਬੀਜੈ ਸੋ ਲੁਣੈ, ਜਿਵੇਂ ਦਾ ਬੀ ਬੀਜਿਆ ਹੈ ਹੁਣ ਵੱਢਣਾ ਪੈਣਾ ਹੈ। ਮਹਾਰਾਜ ਕਹਿੰਦੇ ਖਿੱਚ ਕੇ ਇਹਨੂੰ ਵੈੜਕਿਆਂ ਦੇ ਮਗਰ ਪਾਓ। ਵੈੜ ਕੇ ਬਲਦ ਜਿਹੜੇ ਹਾਲੇ ਪੂਰੇ ਹਲ ਤੇ ਲੱਗੇ ਨਹੀਂ, ਕਿਉਂਕਿ ਜਿਹੜੇ ਹਲ ਤੇ ਲੱਗ ਜਾਂਦੇ ਤੇ ਉਹ ਹੌਲੀ ਤੁਰਦੇ ਨੇ, ਉਹਨਾਂ ਦੀ ਚਾਲ ਵੱਜ ਜਾਂਦੀ ਹੈ। ਜਿਹੜਾ ਵੈੜਕਾ ਹਲ ਤੇ ਲੱਗਾ ਨਹੀਂ, ਉਹਦੀ ਕੰਡ ਦੇ ਉੱਪਰ ਪਿੱਠ ਦੇ ਉੱਪਰ ਹੱਥ ਨਹੀਂ ਰੱਖਿਆ ਜਾਂਦਾ, ਉਹ ਬਹੁਤ ਦੌੜਦਾ। ਕਹਿਣ ਲੱਗੇ ਜਿਹੜੇ ਨੌਜਵਾਨ ਬੱਚੇ ਨੇ ਨਾ ਵੈੜ ਕੇ ਹਾਲੇ ਲੱਗੇ ਨਹੀਂ ਪੂਰੇ ਹਾਲ ਤੇ, ਉਹ ਲੈ ਕੇ ਆਓ। ਉਹਨਾਂ ਦੇ ਗਲਾਂ ਵਿੱਚ ਪੰਜਾਲੀਆਂ ਪਾ ਕੇ ਰੱਸੇ ਪਾ ਕੇ ਤੇ ਇਹਦੀ ਲੱਤ ਦੇ ਨਾਲ ਲਿਆ ਕੇ ਰੱਸਾ ਬੰਨੋ ਤੇ ਮਾਰੋ ਉਹਨਾਂ ਵੈੜਕਿਆਂ ਦੇ ਦੋ ਦੋ ਸੋਟੀਆਂ। ਤੇ ਜਦੋਂ ਭੱਜਣਗੇ ਨਾ ਵਾਹਣ ਦੇ ਵਿੱਚ ਤੇ ਮਗਰ ਹੀ ਇਹ ਘਸੀਟਿਆ ਜਾਵੇਗਾ ਤਪਾ, ਤੇ ਜਿੱਧਰ ਨੂੰ ਜਾਵੇਗਾ ਘਸੀਟਦਾ ਹੋਇਆ ਉਧਰ ਨੂੰ ਮੀਂਹ ਦੀ ਸ਼ੈਬਰ ਵੀ ਨਾਲ ਹੀ ਲੱਗੇ। ਇਸੇ ਤਰ੍ਹਾਂ ਹੋਇਆ, ਵੈੜ ਕੇ ਮਗਾ ਕੇ ਮਗਰ ਪਾ ਕੇ ਖਿੱਚਿਆ, ਪਰ ਹੁਣ ਕਿੱਥੇ ਕਿੱਥੇ ਲੈ ਕੇ ਜਾਣ। ਫਿਰ ਲੜਾਈ ਹੋ ਗਈ, ਇੱਕ ਆਂਦਾ ਮੇਰੇ ਖੇਤ ਨੂੰ ਲੈ ਕੇ ਜਾਓ, ਦੂਜਾ ਆਂਦਾ ਮੇਰੇ ਵੈੜ ਕੇ ਨੇ ਪਹਿਲਾਂ ਮੇਰੀ ਵਾਰੀ ਹੈ, ਤੀਜਾ ਆਂਦਾ ਮੈਂ ਪਿੰਡ ਦਾ ਮੋਹਤਬਾਰ ਆ ਪਹਿਲਾਂ ਮੇਰੀ ਵਾਰੀ ਹੈ। ਆਪਸ ਵਿੱਚ ਹੀ ਉਹ ਲੜਨ ਲੱਗ ਪਏ। ਸਤਿਗੁਰੂ ਜੀ ਨੇ ਵੇਖਿਆ ਵੀ ਹਾਲੇ ਵੀ ਛੁਟਕਾਰਾ ਨਹੀਂ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿੱਥੇ ਇਹਦੀ ਬੋਟੀ ਬੋਟੀ ਜਾਵੇਗੀ, ਉਂਗਲੀ ਵੀ ਜਿੱਥੇ ਇਹਦੀ ਚਲੇਗੀ ਉੱਥੇ ਹੀ ਮੀਂਹ ਪੈਗਾ, ਉਂਗਲ ਉਂਗਲ ਕਰ ਦਿਓ ਇਸ ਨੂੰ। ਸੋ ਕਹਿਣ ਲੱਗੇ ਉਸ ਵੇਲੇ ਤਹ ਤਹ ਬਰਖਾ ਘਨ ਕੀ ਪੈ ਹੋ। ਮਹਾਰਾਜ ਕਹਿੰਦੇ ਉੱਥੇ ਉੱਥੇ ਮੀਂਹ ਬਹੁਤਾ ਪਵੇਗਾ ਜਿੱਥੇ ਇਹਦੇ ਮਾਸ ਦਾ ਇਹਦੇ ਸਰੀਰ ਦਾ ਕੋਈ ਵੀ ਟੁਕੜਾ ਚਲੇ ਜਾਵੇਗਾ। ਉਹਨੂੰ ਸਜ਼ਾ ਦੇ ਰਹੇ ਨੇ ਮਹਾਰਾਜ ਜੀ, ਕਿਉਂਕਿ ਜਦੋਂ ਰੱਬ ਦੀ ਲਾਠੀ ਵੱਜਦੀ ਹੈ ਨਾ ਉਦੋਂ ਜਾ ਕੇ ਪਤਾ ਲੱਗਦਾ ਹੈ ਕਿ ਮੈਂ ਕੀ ਔਗਣ ਕੀਤਾ, ਕੀ ਪਾਪ ਕੀ ਗੁਨਾਹ ਕੀਤਾ ਹੈ। ਸੋ ਇਸ ਕਰਕੇ ਕਹਿੰਦੇ ਮਹਾਰਾਜ ਸਾਹਿਬ ਜੀ ਨੇ ਐਸੇ ਬਚਨ ਕੀਤੇ ਹਨ। ਸੁਣ ਕੇ ਸਬਨ ਘੜੀਸਿਓ ਜਦਾ। ਉਸ ਵੇਲੇ ਸੁਣ ਕੇ ਜਿਹੜੇ ਜ਼ਿਮੀਂਦਾਰ ਉਹ ਕਹਿਣ ਲੱਗੇ ਤੇ ਕੰਮ ਹੀ ਬੜਾ ਸੌਖਾ ਹੈ, ਕੋਈ ਕਈ ਲੈ ਕੇ ਆ ਗਿਆ, ਕੋਈ ਟੋਕਾ ਲੈ ਕੇ ਆ ਗਿਆ ਵੀ ਇਹਦਾ ਹੁਣ ਬੰਦ ਬੰਦ ਕੱਟੀਏ। ਤੇ ਇਹਦੀ ਉਂਗਲ, ਕਿਸੇ ਨੇ ਉਂਗਲ ਫੜ ਲਈ, ਕਿਸੇ ਨੇ ਅੰਗੂਠਾ ਫੜ ਲਿਆ, ਆਪੋ ਆਪਣੀ ਮਾਲਕੀ ਬਣਾ ਲਈ। ਦੂਜੇ ਨੂੰ ਦੂਜਾ ਆਵਾਜ਼ਾਂ ਮਾਰਦਾ ਅੰਗੂਠਾ ਮੇਰਾ ਹੈ ਇਹਨੂੰ ਤੂੰ ਨਾ ਹੱਥ ਲਾਈ, ਦੂਜਾ ਕਹਿ ਰਿਹਾ ਉਂਗਲ ਮੇਰੀ ਹੈ ਤੂੰ ਨਾ ਇਹਨੂੰ ਹੱਥ ਲਾਈ, ਮੈਂ ਵੱਢ ਕੇ ਲੈ ਕੇ ਜਾਣੀ ਹੈ। ਕੋਈ ਲੱਤ ਨੂੰ ਫੜੀ ਬੈਠਾ, ਕੋਈ ਬਾਹ ਨੂੰ ਫੜੀ ਬੈਠਾ ਹੈ। ਕਹਿੰਦੇ ਇਸ ਤਰ੍ਹਾਂ ਆਪਣੇ ਤਿੱਖੇ ਸ਼ਾਸਤਰ ਜਿਹੜੇ ਨੇ ਨਾ ਕਈਆਂ ਕੁਹਾੜੇ ਲੈ ਕੇ ਕਹਿੰਦੇ ਜ਼ਿਮੀਂਦਾਰ ਉਸ ਵੇਲੇ ਇਕੱਠੇ ਹੋ ਗਏ ਹਨ। ਨਿਕਸੇ ਪ੍ਰਾਣ ਭਇਓ ਹਿਤ ਜਦਾ। ਸੋ ਉਸ ਵੇਲੇ ਕਹਿਣ ਲੱਗੇ ਜਦੋਂ ਇਸ ਨੂੰ ਕੀਤਾ ਨਾ ਫਿਰ ਬੰਦ ਬੰਦ ਵੱਖਰਾ, ਜਿਵੇਂ ਕਿਸੇ ਦੇ ਹੱਥ ਵਿੱਚ ਕੋਈ ਆਇਆ ਲੱਤ ਪੈਰ ਅੰਗੂਠਾ ਉਂਗਲ ਨਹੁੰ, ਕਹਿੰਦੇ ਉਹ ਸਾਰੇ ਹੀ ਵੱਢ ਵੱਢ ਕੇ ਇਸ ਨੂੰ ਕੈਂਚੀ ਦੇ ਨਾਲ, ਕੋਈ ਕੁਹਾੜੀ ਕਹੀ ਦੇ ਨਾਲ, ਸੋ ਆਪੋ ਆਪਣੇ ਖੇਤਾਂ ਨੂੰ ਦੌੜੇ ਜਾ ਰਹੇ ਹਨ। ਰਹਿ ਬਰਖਾ ਬਿਨ ਖੇਤ ਹਮਾਰੇ। ਸੋ ਨਾਲ ਹੀ ਇਹ ਗੱਲਾਂ ਕਰਦੇ ਉੱਚੀ ਉੱਚੀ, ਕਹਿੰਦੇ ਇਸ ਤਪੇ ਦੇ ਕਰਕੇ ਹੀ ਨਹੀਂ ਸੀ ਮੀਂਹ ਪੈਂਦਾ, ਜੇ ਪਹਿਲਾਂ ਪਤਾ ਹੁੰਦਾ ਤੇ ਪਹਿਲਾਂ ਇਹਨੂੰ ਹੀ ਮਾਰਦੇ ਤੇ ਮੀਂਹ ਪੈ ਜਾਣਾ ਸੀ। ਇਹ ਤੇ ਗੁਰੂ ਦਾ ਬਹਾਨਾ ਬਣਾਇਆ, ਅਸਲ ਵਿੱਚ ਪਾਪੀ ਇਹ ਹੈ, ਇਹਦੇ ਕਰਕੇ ਨਹੀਂ ਕਹਿੰਦੇ ਮੀਂਹ ਪੈਂਦਾ। ਐਵੇਂ ਕਹਿ ਕਹਿ ਕੇ ਉਹਨਾਂ ਜ਼ਿਮੀਂਦਾਰਾਂ ਨੂੰ ਬਹੁਤਾ ਗੁੱਸਾ ਚੜਦਾ ਪਿਆ। ਖੈਰੇ ਗੋਤ ਦੇ ਜੱਟ ਨੇ, ਸੋ ਕਹਿ ਲੱਗੇ ਇਸ ਤਰ੍ਹਾਂ ਉਸ ਤਪੇ ਨੂੰ ਬੰਦ ਬੰਦ ਕਰਕੇ ਵੱਢਦੇ ਪਏ ਹਨ। ਇਮ ਬੋਲਤ ਅਰ ਚਿੰਤ ਵਿਚਾਰੇ। ਇਸ ਤਰ੍ਹਾਂ ਨਾਲੇ ਬੋਲਦੇ ਨੇ ਨਾਲੇ ਕਹਿੰਦੇ ਆਪਣੇ ਮਨ ਵਿੱਚ ਸੋਚਦੇ ਵਿਚਾਰਾਂ ਕਰਦੇ ਹਨ। ਏਕ ਮਰੇ ਜੀਵੈ ਸਭ ਗਾਉ। ਸਾਰੇ ਕਹਿੰਦੇ ਕਹਿੰਦੇ ਜੇ ਇੱਕ ਮਰ ਗਿਆ ਤੇ ਸਾਰਾ ਪਿੰਡ ਜਿਉਂਦਾ ਹੋ ਜਾਵੇਗਾ, ਅੰਨ ਮਿਲ ਜਾਵੇਗਾ, ਖੇਤੀਆਂ ਹਰੀਆਂ ਭਰੀਆਂ ਹੋ ਜਾਣ। ਜੇ ਇੱਕ ਦੇ ਮਰਿਆ ਬਾਕੀ ਬਚ ਜਾਣ ਤੇ ਇਹਦੇ ਵਰਗਾ ਤੇ ਪੁੰਨ ਹੀ ਕੋਈ ਨਹੀਂ, ਚੰਗਾ ਕੰਮ ਹੀ ਕੋਈ ਨਹੀਂ ਹੈ। ਜਾਂ ਤੇ ਤੋਰ ਲਈਏ ਕਰ ਪਾਉ। ਇਸ ਕਰਕੇ ਕਿਸੇ ਨੇ ਹੱਥ ਵੱਢ ਲਿਆ, ਕਿਸੇ ਨੇ ਗੁੱਟ ਫੜ ਲਿਆ, ਕੋਈ ਪੈਰਾਂ ਨੂੰ ਫੜ ਕੇ ਬੈਠਾ, ਕੋਈ ਉਂਗਲੀ ਨੂੰ ਫੜ ਕੇ ਬੈਠਾ, ਵੱਢ ਵੱਢ ਕੇ ਕੱਟ ਕੱਟ ਕੇ ਸਾਰੇ ਦੌੜੇ ਜਾ ਰਹੇ ਆਪੋ ਆਪਣੇ ਖੇਤਾਂ ਨੂੰ। ਆਪੋ
ਆਪਣੇ ਖੇਤ ਪਧਾਰੇ। ਚਲੇ ਗਏ ਆਪੋ ਆਪਣੇ ਖੇਤਾਂ ਨੂੰ ਲੈ ਕੇ ਉਹਦੇ ਮਾਸ ਦੇ ਟੁਕੜਿਆਂ ਨੂੰ ਭਾਈ। ਜਹ ਜਾਏਂਗੇ ਪਰਸਿਓ ਘਨ ਜਿੱਥੇ ਸਾਰੇ। ਜਿੱਥੇ ਜਾ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਦੇ ਬਖਸ਼ਿਸ਼ ਵਾਲੇ ਬਚਨ, ਉੱਥੇ ਉੱਥੇ ਹੀ ਮੀਂਹ ਪੈ ਰਿਹਾ ਹੈ, ਵਰਖਾ ਹੋ ਰਹੀ ਹੈ। ਸੋ ਕਹਿਣ ਲੱਗੇ ਇਹ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਇੱਥੇ ਕਾਰਨਾਮਾ ਕਰਕੇ ਵਿਖਾਇਆ ਹੈ। ਸਤਿਗੁਰਾਂ ਦਾ ਉਹਦੇ ਨਾਲ ਕੋਈ ਵੈਰ ਨਹੀਂ ਹੈ, ਪਰ ਵੈਰ ਦੀ ਰੀਤੀ ਉਹਨੇ ਪਹਿਲਾਂ ਤੋਰੀ ਹੈ। ਸਤਿਗੁਰਾਂ ਦੇ ਨਾਲ ਬਿਨਾਂ ਕਾਰਨ ਤੋਂ ਮੀਂਹ ਦਾ ਬਹਾਨਾ ਬਣਾ ਕੇ ਮਹਾਰਾਜ ਨੂੰ ਕੱਢਿਆ, ਤੇ ਸਤਿਗੁਰੂ ਜੀਆਂ ਨੇ ਫਿਰ ਉਹਦਾ ਵਾਰ ਹੀ ਉਹਦੇ ਉੱਪਰ ਕੀਤਾ। ਕਹਿਣ ਲੱਗੇ ਮੀਂਹ ਤੇ ਪਵੇਗਾ, ਪਰ ਜਿੱਥੇ ਇਹ ਜਾਵੇਗਾ ਉਹਨੂੰ ਸਜ਼ਾ ਦਿੱਤੀ ਹੈ। ਸਤਿਗੁਰੂ ਜੀ ਨੇ ਇਸ ਤਰ੍ਹਾਂ ਕਹਿਣ ਲੱਗੇ ਇਸ ਨੂੰ ਸਜ਼ਾਵਾਂ ਦਿੱਤੀਆਂ ਹਨ। ਤਪਾ ਮਰੇ ਤੇ ਇੱਕ ਰਸ ਬਾਰ। ਸੋ ਕਹਿਣ ਲੱਗੇ ਤਪੇ ਦੇ ਮਰਨ ਕਰਕੇ ਇੱਕ ਰਸ ਕਹਿੰਦੇ ਬਹੁਤ ਜ਼ਿਆਦਾ ਜਿਹੜਾ ਮੀਂਹ ਹੈ। ਬਰਖਾ ਕੀਨਸ ਮੇਘ ਕਿਦਾਰ। ਕਹਿੰਦੇ ਬਹੁਤ ਜ਼ਿਆਦਾ ਫਿਰ ਮੀਂਹ ਪਿਆ ਖਡੂਰ ਸਾਹਿਬ ਦੇ ਆਸੇ-ਪਾਸੇ ਦੇ ਇਲਾਕਿਆਂ ਦੇ ਵਿੱਚ। ਸਾਰੇ ਖੇਤ ਕਹਿੰਦੇ ਲਬਾ ਲੱਪ ਵਟਾਂ ਤੱਕ ਬੰਨਿਆਂ ਤੱਕ ਭਰ ਗਏ ਹਨ। ਮਹਾ ਪਖੰਡੀ ਸਭ ਹਿਨ ਜਾਣਿਓ। ਸਾਰੇ ਜਾਣ ਗਏ ਜ਼ਿਮੀਂਦਾਰ, ਕਹਿੰਦੇ ਯਾਰ ਆਪਾਂ ਤੇ ਐਵੇਂ ਇਹਦੇ ਡੇਰੇ ਲਿਆ ਕੇ ਦਹੀਂ ਦਿੰਦੇ ਰਹੇ ਆ, ਦੁੱਧ ਦਿੰਦੇ ਰਹੇ, ਲੱਸੀ ਲਿਆ ਕੇ ਇਹਨੂੰ ਦਿੰਦੇ ਰਹੇ, ਤੇ ਕਈ ਤਰ੍ਹਾਂ ਦੇ ਲੱਡੂ ਪ੍ਰਸ਼ਾਦ ਬਣਾ ਕੇ ਦਿੰਦੇ ਰਹੇ, ਪਰ ਪਤਾ ਹੀ ਅੱਜ ਲੱਗਾ ਵੀ ਇਹ ਤੇ ਬਹੁਤ ਤਗੜਾ ਪਖੰਡੀ ਹੈ। ਤਵੈਸ ਠਾਨ ਗੁਰ ਕੋ ਨਿਕਸਾਇਓ। ਇੱਕ ਆਪਣੇ ਕੋਲੋਂ ਹੋਰ ਵੱਡਾ ਪਾਪ ਹੋਇਆ ਵੀ ਗੁਰੂ ਪਾਤਸ਼ਾਹ ਦੇ ਨਾਲ ਐਵੇਂ ਅਸੀਂ ਵੈਰ ਕਰਕੇ ਤੇ ਉਹਨਾਂ ਨੂੰ ਪਿੰਡ ਵਿੱਚੋਂ ਕੱਢਿਆ ਹੈ। ਝੂਠੋ ਹੁਤੋ ਫੁਰੀ ਨਹਿਬਾਨੀ। ਇਹ ਝੂਠਾ ਸੀ, ਕਹਿੰਦੇ ਤਪਾ ਐਵੇਂ ਕਹਿੰਦਾ ਮੈਂ ਜਪ ਤਪ ਕਰਾਂਗਾ, ਮੰਤਰ ਪੜਾਂਗਾ ਤੇ ਮੀਂਹ ਲੈ ਕੇ ਆਵਾਂਗਾ। ਇਹ ਪਖੰਡੀ ਹੈ, ਝੂਠਾ ਹੈ, ਕੋਈ ਵੀ ਇਹਦਾ ਮੰਤਰ ਕਹਿੰਦੇ ਕਾਮਯਾਬ ਨਹੀਂ ਹੋਇਆ ਹੈ। ਗੁਰਦਾਸਨ ਕਹੈ ਦੀਨਸ ਪਾਨੀ। ਉਧਰ ਗੁਰੂ ਦੇ ਦਾਸ ਨੇ ਕੋਈ ਮੰਤਰ ਨਹੀਂ ਪੜਿਆ, ਕੋਈ ਜੰਤਰ ਨਹੀਂ ਪੜਿਆ, ਕੋਈ ਇਹ ਨਹੀਂ ਕਿਹਾ ਕਿ ਮੈਂ ਕੋਈ ਜਪ ਤਪ ਕਰਕੇ ਮੀਂਹ ਲੈ ਕੇ ਆਉਣਾ, ਕੇਵਲ ਬਚਨ ਹੀ ਮੁਖ ਤੋਂ ਛੁੱਟਿਆ। ਕਹਿਣ ਲੱਗੇ ਜਿੱਥੇ ਜਿੱਥੇ ਇਹਨੂੰ ਲੈ ਕੇ ਜਾਓਗੇ ਮੀਂਹ ਤੁਹਾਡੇ ਮਗਰ ਦੌੜਿਆ ਆਵੇਗਾ। ਕਹਿੰਦੇ ਗੁਰੂ ਦੇ ਸਿੱਖ ਨੇ ਤੇ ਬਚਨ ਦੇ ਨਾਲ ਹੀ ਕਹਿੰਦੇ ਮੀਂਹ ਪਵਾ ਦਿੱਤਾ ਹੈ। ਹੋਤ ਭੋਰ ਸ਼੍ਰੀ ਅੰਗਦ ਆਨੋ। ਸੋ ਕਹਿਣ ਲੱਗੇ ਜ਼ਿਮੀਂਦਾਰ ਸੋਚਦੇ, ਕਹਿੰਦੇ ਭਾਈ ਆਪਣੇ ਤੋਂ ਗਲਤੀ ਹੋ ਗਈ ਹੈ, ਹੁਣ ਮੀਂਹ ਤੇ ਗਿਆ ਹੈ ਪੈ, ਜਦੋਂ ਹੁਣ ਰਾਤ ਪੈ ਚੱਲੀ ਹੈ ਤੇ ਅਗਲੇ ਦਿਨ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਨੀ ਹੈ, ਆਪਣੀ ਭੁੱਲ ਨੂੰ ਬਖਸ਼ਾਈਏ ਤੇ ਤਰਲਾ ਕਰਕੇ ਸਤਿਗੁਰਾਂ ਨੂੰ ਵਾਪਸ ਆਪਣੇ ਪਿੰਡ ਦੇ ਵਿੱਚ ਲੈ ਕੇ ਆਉਣਾ ਕਰੀਏ। ਨਿਜ ਅਪਰਾਧ ਸ਼ਿਮਾ ਪਨ ਠਾਨੋ। ਸਤਿਗੁਰਾਂ ਦੇ ਸਾਹਮਣੇ ਜਿਹੜਾ ਅਸੀਂ ਅਪਰਾਧ ਕੀਤਾ ਹੈ ਉਹਦੀ ਮੁਆਫੀ ਮੰਗ ਲਈਏ ਤੇ ਬਖਸ਼ੇ ਜਾਵਾਂਗੇ। ਤਿਮ ਸ਼੍ਰੀ ਅਮਰਦਾਸ ਕਹਿ ਕਰਕੇ। ਸੋ ਕਹਿੰਦੇ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਾਰਾ ਕੌਤਕ ਭਾਈ ਵਰਤਾਇਆ ਹੈ। ਗਮਨਿਓ ਗੁਰਦਿਸ਼ ਪ੍ਰੀਤ ਸੋ ਧਰ ਕੇ। ਸੋ ਚੱਲ ਪਏ ਫਿਰ ਖਡੂਰ ਸਾਹਿਬ ਤੋਂ। ਕਹਿੰਦੇ ਭਾਈ ਮੇਰਾ ਵੀ ਕਾਰਜ ਪੂਰਾ ਹੋ ਗਿਆ ਤੇ ਤੁਹਾਡਾ ਵੀ ਪੂਰਾ ਹੋ ਗਿਆ, ਤੇ ਹੁਣ ਮੈਂ ਖਡੂਰ ਸਾਹਿਬ 'ਚ ਕੀ ਲੈਣਾ, ਮੇਰਾ ਗੁਰੂ ਹੀ ਇੱਥੇ ਨਹੀਂ। ਤੇ ਜਿੱਥੇ ਗੁਰੂ ਨੇ, ਗੁਰੂ ਪਾਤਸ਼ਾਹ ਭੈਰੋਵਾਲ ਪਿੰਡ ਵਿੱਚ ਸਨ, ਉਧਰ ਨੂੰ ਚੱਲ ਪੈ ਕੇ ਚਲੋ ਚੱਲ ਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰੀਏ। ਪਰਮ ਪ੍ਰਸੰਨ ਹਿਰਦੈ ਹੋਏ ਗਇਓ। ਸੋ ਬੜੇ ਖੁਸ਼ ਹੋ ਕੇ ਗਏ। ਕਹਿੰਦੇ ਜੇ ਤਪੇ ਨੇ ਵੈਰ ਕੀਤਾ ਮੇਰੇ ਗੁਰੂ ਦੇ ਨਾਲ ਤੇ ਸਜ਼ਾ ਵੀ ਮਿਲੀ ਹੈ, ਇਹੋ ਜਿਹੇ ਬੰਦਿਆਂ ਦੇ ਨਾਲ ਇਹੋ ਜਿਹੀ ਕੰਮ ਜਿਹੜਾ ਹੋਣਾ ਚਾਹੀਦਾ ਹੈ। ਪ੍ਰਾਪਤ ਡੇਰੇ ਮਹਿ ਚੱਲ ਭਇਓ। ਸੋ ਜਿੱਥੇ ਸਤਿਗੁਰੂ ਜੀ ਬੈਠੇ ਸਨ, ਜੰਗਲ ਦੇ ਵਿੱਚ ਮੰਗਲ ਲਾਈ ਬੈਠੇ ਸਤਿਗੁਰੂ ਜੀ, ਸੰਗਤਾਂ ਬੈਠ ਰਹੀਆਂ ਨੇ, ਕਹਿੰਦੇ ਉੱਥੇ ਗੁਰੂ ਅਮਰਦਾਸ ਜੀ ਪਹੁੰਚੇ। ਗੁਰ ਕੋ ਜਾਏ ਬੰਧਨਾ ਕੀਨਸ। ਸੋ ਕਹਿਣ ਲੱਗੇ ਸਾਰਿਆਂ ਤੋਂ ਪਹਿਲਾਂ ਜਿੱਥੇ ਸਤਿਗੁਰੂ ਬੈਠੇ ਸਨ, ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਮਹਾਰਾਜ ਜੀ, ਉੱਥੇ ਜਾ ਕੇ ਸਾਰਿਆਂ ਤੋਂ ਪਹਿਲਾਂ ਨਮਸਕਾਰ ਕਰਦੇ, ਮੱਥਾ ਟੇਕਦੇ। ਇਸ਼ਟ ਫੇਰ ਬੈਠੇ ਚਿਤ ਚੀਤਸ। ਸਤਿਗੁਰੂ ਮਹਾਰਾਜ ਜੀਆਂ ਨੇ ਪਿੱਠ ਕਰ ਲਈ ਅੱਗੋਂ ਆਇਆ ਵੇਖ ਕੇ, ਕਿਉਂਕਿ ਜਾਣੀ ਜਾਣ ਨੇ ਗੁਰੂ ਅੰਗਦ ਸਾਹਿਬ ਜੀ। ਮਹਾਰਾਜ ਨੇ ਜਾਣ ਲਿਆ ਵੀ ਇਹ ਸਾਡਾ ਸਿੱਖ ਹੈ ਤੇ ਇਸਨੇ ਕਰਾਮਾਤ ਵਿਖਾਈ ਹੈ, ਬਚਨ ਦੇ ਨਾਲ ਮੀਂਹ ਪਵਾ ਦਿੱਤਾ ਤੇ ਤਪੇ ਨੂੰ ਮਰਵਾਇਆ। ਇਹ ਗਲਤੀ ਕੀਤੀ ਹੈ, ਗੁਨਾਹ ਕੀਤਾ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਸਾਧੂ ਦਾ ਧੀਰ ਦੀ ਧਰਤੀ ਵਰਗਾ ਹੋਣਾ ਚਾਹੀਦਾ। ਸਾਧੂ ਦਾ ਜਿਹੜਾ ਸੁਭਾਅ ਹੈ ਨਾ, ਕਹਿੰਦੇ ਉਹ ਰੁੱਖ ਵਰਗਾ ਹੋਣਾ ਚਾਹੀਦਾ। ਜਿਵੇਂ ਰੁੱਖ ਜਿਹੜਾ ਹੈ ਆਪਣੇ ਉੱਪਰ ਧੁੱਪ ਵੀ ਜਰਦਾ, ਮੀਂਹ ਵੀ ਜਰਦਾ ਹੈ, ਹਨੇਰੀਆਂ ਵੀ ਚੱਲਦਾ, ਸਾਰਾ ਕੁਝ ਸਹਿੰਦਾ ਹੈ, ਪਰ ਫਿਰ ਵੀ ਅਡੋਲ ਖਲੋਤਾ ਰਹਿੰਦਾ ਰੱਬ ਦੇ ਸ਼ੁਕਰ ਦੇ ਵਿੱਚ, ਉਹਦੇ ਭਾਣੇ ਦੇ ਵਿੱਚ। ਇੱਕੇ ਥਾਂ ਤੇ ਖਲੋਤਾ ਰੱਬ ਉੱਥੇ ਹੀ ਉਹਨੂੰ ਦੇ ਰਿਹਾ ਹੈ, ਉਹਦੇ ਵਧਣ ਫੁੱਲਣ ਵਾਸਤੇ ਸਾਰੀਆਂ ਤਾਕਤਾਂ ਉੱਥੇ ਹੀ ਮਿਲ ਰਹੀਆਂ। ਸੋ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਫਰੀਦਾ ਰੁੱਖਾਂ ਨੂੰ ਲੋੜੀ ਹੈ, ਸੋ ਕਹਿੰਦੇ ਸਾਧੂ ਜਿਹੜਾ ਹੈ ਨਾ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਨ।
ਜਿਹੜੇ ਸਾਧੂ ਨੇ ਉਹਨਾਂ ਨੂੰ ਰੁੱਖਾਂ ਵਰਗਾ ਸੁਭਾਅ ਜਿਹੜਾ ਹੈ ਹੋਣਾ ਚਾਹੀਦਾ। ਇਹ ਸਤਿਗੁਰੂ ਜੀਆਂ ਨੇ ਸਿਧਾਂਤ ਸਾਨੂੰ ਸਮਝਾਇਆ ਹੈ ਕਿ ਗੁਰੂ ਕਾ ਸਿੱਖ ਕਦੇ ਵੀ ਆਪੇ ਤੋਂ ਬਾਹਰ ਨਾ ਆਵੇ। ਭਾਈ ਮਤੀ ਦਾਸ ਜੀ ਕਹਿਣ ਲੱਗੇ ਮਹਾਰਾਜ ਹੁਕਮ ਕਰੋ ਦਿੱਲੀ ਤੇ ਲਾਹੌਰ ਦੀਆਂ ਇੱਟਾਂ ਦੇ ਨਾਲ ਇੱਟਾਂ ਖੜਕਾ ਦਈਏ। ਸਤਿਗੁਰੂ ਕਹਿਣ ਲੱਗੇ ਨਹੀਂ ਭਾਈ ਇਹ ਕੰਮ ਨਹੀਂ ਕਰਨਾ, ਉਹਦੀ ਰਜਾ ਵਿੱਚ ਰਹਿਣਾ ਹੈ। ਸਾਈਂ ਮੀਆਂ ਮੀਰ ਕਹਿਣ ਲੱਗਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇੱਕ ਵਾਰੀ ਹੁਕਮ ਕਰ ਦਿਓ ਤੇ ਮੈਂ ਹੁਣੇ ਸਾਰੀ ਇਹ ਮੁਗਲ ਫੌਜ ਜਿਹੜੀ ਹੈ ਨਾਸ ਕਰ ਦਿਆਂਗਾ, ਲਾਹੌਰ ਸਾਰਾ ਚੁੱਕ ਕੇ ਰਾਵੀ ਵਿੱਚ ਸੁੱਟ ਦਿਆਂਗਾ, ਤੁਹਾਡਾ ਹੁਕਮ ਹੋਣਾ ਚਾਹੀਦਾ। ਇਹਨਾਂ ਦੁਸ਼ਟਾਂ ਨੇ ਪਾਪ ਕੀਤਾ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਨਹੀਂ ਭਾਈ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਅਸੀਂ ਉਹਦੇ ਭਾਣੇ ਸ਼ੁਕਰ ਵਿੱਚ ਬੈਠਣਾ ਹੈ, ਅਸੀਂ ਇਹ ਕੰਮ ਨਹੀਂ ਕਰਨਾ। ਉਹੀ ਸਿਧਾਂਤ ਗੁਰੂ ਅੰਗਦ ਸਾਹਿਬ ਜੀ ਸਮਝਾ ਰਹੇ ਨੇ ਵੀ ਇਹ ਗਲਤੀ ਕੀਤੀ ਹੈ। ਜੇ ਤਪੇ ਨੇ ਪਾਪ ਕੀਤਾ ਤੇ ਉਹ ਬੈਠਾ ਹੈ ਨਿਰੰਕਾਰ, ਸਾਰਿਆਂ ਦਾ ਹਿਸਾਬ ਕਿਤਾਬ ਕਰਨ ਵਾਲਾ, ਤੇ ਇਸ ਤਰ੍ਹਾਂ ਸਜ਼ਾ ਨਹੀਂ ਸੀ ਦੇਣੀ ਚਾਹੀਦੀ। ਇਹ ਗੱਲ ਵਿਚਾਰੀ ਗੁਰੂ ਅੰਗਦ ਸਾਹਿਬ ਜੀਆਂ ਨੇ ਔਰ ਸਾਨੂੰ ਸਮਝਾਉਣ ਵਾਸਤੇ ਸਤਿਗੁਰੂ ਮਹਾਰਾਜ ਜੀ ਉਸ ਵੇਲੇ ਪਿੱਠ ਕਰ ਲਈ ਗੁਰੂ ਅਮਰਦਾਸ ਮਹਾਰਾਜ ਦੇ ਵੱਲ, ਆਪਣਾ ਮੂੰਹ ਦੂਜੀ ਤਰਫ ਨੂੰ ਮਹਾਰਾਜ ਨੇ ਕਰ ਲਿਆ ਹੈ। ਸੋ ਕਹਿੰਦੇ ਇਸ ਤਰ੍ਹਾਂ ਅਜ਼ਮਤ ਕਰੀ ਦਿਖਾਵਨ ਜਾਨੀ। ਸਤਿਗੁਰੂ ਜਾਣੀ ਜਾਣ ਨੇ, ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਜਾਂ ਕਹਿਣ ਦੀ ਲੋੜ ਨਹੀਂ ਕਿ ਮੈਂ ਕੀ ਕਰਕੇ ਆ ਗਿਆ। ਮਹਾਰਾਜ ਜਾਣਦੇ ਸਨ ਕਿ ਇਹਨਾਂ ਨੇ ਅਜ਼ਮਤ ਵਿਖਾਈ ਹੈ, ਸ਼ਕਤੀ ਵਿਖਾਈ ਹੈ। ਜਿਹੜੇ ਲੋਕ ਕਹਿੰਦੇ ਸ਼ਕਤੀ ਕਹਿਰ ਦਾ ਨਾਮ ਹੈ, ਉਹ ਸ਼ਕਤੀ ਕਹਿਰ ਦਾ ਨਾਮ ਇੱਥੇ ਆ ਕੇ ਬਣਿਆ ਕਿ ਆਪਣਾ ਆਪ ਵਿਖਾਉਣ ਵਾਸਤੇ ਸ਼ਕਤੀ ਵਿਖਾਈ ਹੈ। ਜਿੱਥੇ ਕਿਸੇ ਦੇ ਭਲੇ ਵਾਸਤੇ ਉੱਥੇ ਕਰਾਮਾਤ ਨਹੀਂ ਹੈ। ਸੋ ਕਹਿਣ ਲੱਗੇ ਮਹਾਰਾਜ ਨੇ ਇਹ ਗੱਲ ਜਨਾਈ ਹੈ ਕਿ ਕਦੇ ਵੀ ਸਿੱਖ ਆਪਣੀ ਪੂਜਾ ਕਰਾਉਣ ਵਾਸਤੇ, ਆਪਣੀ ਵਡਿਆਈ ਨੂੰ ਚਾਹੁਣ ਵਾਸਤੇ ਕਦੇ ਵੀ ਇਹੋ ਜਿਹਾ ਕਰਮ ਨਾ ਕਰੇ। ਨਹਿ ਨੀਕੀ ਸ਼੍ਰੀ ਅੰਗਦ ਮਾਨੀ। ਸਤਿਗੁਰੂ ਅੰਗਦ ਸਾਹਿਬ ਨੇ ਸਿਧਾਂਤ ਚੰਗਾ ਨਹੀਂ ਮੰਨਿਆ। ਗੁਰੂ ਨਾਨਕ ਦੇ ਘਰ ਦੇ ਵਿੱਚ ਇਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ। ਸਿੱਛਾ ਅਜਰ ਜਰਨ ਕੀ ਦੇਨਾ। ਜਿਹੜਾ ਸਿੱਖ ਹੈ ਨਾ ਉਹ ਅਜਰ ਸ਼ਕਤੀਆਂ ਨੂੰ ਜਰ ਕੇ ਰੱਖੇ। ਜੇ ਰੱਬ ਨੇ ਕੋਈ ਦੇ ਦਿੱਤਾ ਹੈ ਧਨ ਪਦਾਰਥ, ਕੋਈ ਸ਼ਕਤੀ, ਕੋਈ ਕਰਾਮਾਤ, ਕੋਈ ਬਚਨ, ਕੋਈ ਰਿਧੀ ਸਿੱਧੀ ਤਾਕਤ, ਉਹਨੂੰ ਸੰਭਾਲ ਕੇ ਰੱਖੇ। ਕਦੇ ਵੀ ਜਣੇ ਖਣੇ ਦੇ ਅੱਗੇ ਵਿਖਾਉਂਦਾ ਨਾ ਫਿਰੇ ਕਿ ਆ ਵੇਖੋ ਮੇਰੇ ਵਿੱਚ ਕਿੰਨੀਆਂ ਤਾਕਤਾਂ, ਮੈਂ ਕੀ ਕਰ ਸਕਦਾ ਹਾਂ। ਸਦਾ ਹੀ ਉਹਨਾਂ ਨੂੰ ਸੰਭਾਲ ਕੇ ਰੱਖੇ, ਉਹਨਾਂ ਨੂੰ ਜਰ ਕੇ ਰੱਖੇ। ਇਹ ਗੁਰੂ ਕੇ ਸਿੱਖ ਦਾ ਸਿਧਾਂਤ ਹੈ। ਸਿੱਖ ਔਰ ਸਮਤਾ ਨਿਜ ਕਰ ਲੈਣ। ਸੋ ਉਸ ਵੇਲੇ ਜਿਹੜਾ ਸਿੱਖ ਹੈ ਨਾ ਆਪਣੇ ਹਿਰਦੇ ਵਿੱਚ ਬਰਾਬਰ ਰਵੇ, ਕਦੇ ਵੀ ਦੁੱਖ ਦੇ ਵਿੱਚ ਆ ਕੇ ਦੁਖੀ ਨਾ ਹੋਵੇ, ਸੁੱਖ ਵਿੱਚ ਆ ਕੇ ਬਹੁਤਾ ਹਉਮੈ ਹੰਕਾਰ ਵਿੱਚ ਨਾ ਆ ਜਾਵੇ। ਦੁੱਖ ਦੇ ਵਿੱਚ ਵੀ ਉਹਦੀ ਰਜਾ ਹੈ ਤੇ ਸੁੱਖ ਦੇ ਵਿੱਚ ਵੀ। ਸੋ ਜੇ ਦੁੱਖ ਦੇਹ ਤਾਂ ਤੁਝੇ ਅਰਾਧੀ, ਸੁਖ ਵੀ ਤੁਝੇ ਧਿਆਈ। ਜੇ ਦੁੱਖ ਆ ਗਿਆ ਤੇ ਤਾਂ ਵੀ ਉਹਦਾ ਸਿਮਰਨ, ਉਹਦਾ ਸ਼ੁਕਰ। ਜੇ ਸੁਖ ਆ ਗਿਆ ਤੇ ਤਾਂ ਵੀ ਉਹਦਾ ਭਾਣਾ ਵਡਿਆਈ ਹੈ। ਵਿਸ਼ਟ ਦੇ ਬੈਠੇ ਗੁਰੂ ਸੁਆਮੀ। ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਪਿੱਠ ਕਰ ਲਈ। ਭਾਈ ਕਰਾਮਾਤ ਵਿਖਾਉਣੀ ਚੰਗੀ ਗੱਲ ਨਹੀਂ ਹੈ, ਇਹਨੂੰ ਹਮੇਸ਼ਾ ਪਰਦਾ ਪਾ ਕੇ ਰੱਖਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ, ਕਹਿਣ ਲੱਗੇ ਨਾਟਕ ਚੇਟਕ ਕੀਏ ਖੁਆਜਾ, ਪ੍ਰਭ ਲੋਗਨ ਕਹੈ ਆਵਤ ਲਾਜਾ। ਜਿਹੜੇ ਰੱਬ ਦੇ ਭਗਤ ਨੇ ਨਾ ਉਹਨਾਂ ਨੂੰ ਇਹੋ ਜੀਆਂ ਗੱਲਾਂ ਤੋਂ ਲੱਜਿਆ ਆਉਂਦੀ ਹੈ, ਨਹੀਂ ਵਿਖਾਉਣੇ ਚਾਹੁੰਦੇ, ਇਹੋ ਜੀਆਂ ਗੱਲਾਂ ਨਹੀਂ ਕਰਦੇ, ਸਦਾ ਹੀ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹਨ। ਸਰਬ ਵਾਰਤਾ ਅੰਤਰਜਾਮੀ। ਸਾਰੀ ਜਿਹੜੀ ਵਾਰਤਾ ਹੈ ਨਾ ਗੁਰੂ ਅੰਤਰਜਾਮੀ ਸਤਿਗੁਰਾਂ ਨੇ ਜਾਣ ਲਈ ਹੈ। ਇੱਕ ਸ਼੍ਰੀ ਅਮਰ ਦੁਤੀਆ ਦੇ ਸੁਆਮੀ। ਗੁਰੂ ਅਮਰਦਾਸ ਨੇ ਜਾਣਿਆ ਵੀ ਹੋ ਸਕਦਾ ਮੈਨੂੰ ਵੇਖਿਆ ਨਹੀਂ ਮਹਾਰਾਜ ਨੇ ਆਇਆ ਤੇ ਆਪਣੇ ਧਿਆਨ ਵਿੱਚ ਬੈਠੇ ਨੇ, ਚਲੋ ਮੈਂ ਦੂਜੇ ਪਾਸਿਓਂ ਹੋ ਕੇ ਮੱਥਾ ਟੇਕਦਾ, ਦੂਜੇ ਪਾਸਿਓਂ ਆ ਕੇ ਸਾਹਮਣੇ ਹੋ ਕੇ ਮੱਥਾ ਟੇਕਦਾ। ਸੋ ਕਹਿੰਦੇ ਪਿਛਲੇ ਬੰਨੇ ਉੱਠੇ, ਜਿੱਧਰ ਸਤਿਗੁਰਾਂ ਦਾ ਮੂੰਹ ਸੀ ਨਾ ਮੁਖ, ਉਧਰਲੇ ਬੰਨੇ ਆ ਕੇ ਨਮਸਕਾਰ ਕਰਦੇ ਹਨ। ਨਿਮਰ ਬੰਦ ਕਰ ਸਥਿਰ ਭਇਓ। ਸੋ ਕਹਿਣ ਲੱਗੇ ਉਸ ਵੇਲੇ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਸਾਹਮਣੇ ਆ ਕੇ ਨਮਸਕਾਰ ਕੀਤੀ, ਆਪਣੇ ਸੀਸ ਨੂੰ ਝੁਕਾਇਆ ਹੈ। ਲੱਜਾ ਕਰੈ ਸੁਨੇਤਰ ਨਿਵਾਏ। ਸਤਿਗੁਰਾਂ ਦੇ ਨੇਤਰਾਂ ਦੇ ਵਿੱਚ ਲੱਜਾ ਹੈ, ਲੱਜਾ ਦੇ ਸਮੇਤ ਨੇਤਰ ਝੁਕਾਏ ਸਤਿਗੁਰਾਂ ਦੇ ਸਾਹਮਣੇ ਤੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੇ। ਚਿਤ ਮੈਂ ਦੋ ਚਿਤਾਈ ਉਪਜਾਏ। ਤੇ ਮਨ ਦੇ ਵਿੱਚ ਦੁਬਦਾ ਵੀ ਪਈ ਹੈ ਵੀ ਕੀ ਕਾਰਨ ਹੈ, ਸਤਿਗੁਰੂ ਜੀ ਮੇਰੇ ਵੱਲ ਮੁਖ ਕਿਉਂ ਨਹੀਂ ਕਰ ਰਹੇ, ਮੇਰੇ ਤੋਂ ਆਪਣਾ ਆਪ ਕਿਉਂ ਪਾਸਾ ਵੱਟਦੇ ਪਏ ਨੇ। ਇਹ ਗੱਲ ਮਨ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਆਂਦੇ ਆ ਗਈ ਹੈ। ਤ੍ਰਿਤੀ ਦਿਸ਼ਾ ਪੁਨ ਆਨਨ ਫੇਰੇ। ਸੋ ਸਤਿਗੁਰੂ ਜੀਆਂ ਨੇ ਦੂਜੇ ਪਾਸਿਓਂ ਵੀ ਮੂੰਹ ਫੇਰ ਕੇ ਤੇ ਤੀਜੀ ਸਾਈਡ ਨੂੰ ਕਰ ਲਿਆ
ਤੇ ਜਦੋਂ ਤੀਜੇ ਪਾਸੇ ਮੂੰਹ ਕੀਤਾ ਤੇ ਫਿਰ ਹੁਣ ਮਨ ਵਿੱਚ ਪੱਕਾ ਵਿਸ਼ਵਾਸ ਹੋ ਗਿਆ ਕਿ ਮੇਰੇ ਕੋਲੋਂ ਗੁਨਾਹ ਹੋ ਗਿਆ ਹੈ, ਮੇਰੇ ਕੋਲੋਂ ਗਲਤੀ ਹੋ ਗਈ ਹੈ, ਜੋ ਸਤਿਗੁਰੂ ਜੀ ਮੇਰੇ ਵੱਲ ਮੁਖ ਨਹੀਂ ਕਰਦੇ ਹਨ। ਆਪਨ ਦਾਸ ਕੋ ਨਾਹਿ ਨਹਿਰਿਓ। ਸਤਿਗੁਰਾਂ ਨੇ ਨਹੀਂ ਵੇਖਿਆ। ਗੁਰਮੁਖੋ 12 ਸਾਲ ਦੀ ਕਠਿਨ ਸੇਵਾ ਹੈ, 12 ਸਾਲ ਲਗਾਤਾਰ ਸੇਵਾ ਕੀਤੀ, ਇਸ਼ਨਾਨ ਕਰਾਉਣ ਦੀ, ਲੱਕੜਾਂ ਢੋਣ ਦੀ, ਬਾਲਣ ਲਿਆਉਣ ਦੀ, ਬੜੀ ਵੱਡੀ ਸੇਵਾ ਕੀਤੀ, ਬੜੀਆਂ ਬਖਸ਼ਿਸ਼ਾਂ ਲਈਆਂ, ਬੜਾ ਪ੍ਰੇਮ ਬਣਿਆ ਗੁਰੂ ਦੇ ਨਾਲ। ਪਰ ਜਿੱਥੇ ਗਲਤੀ ਹੈ ਉਥੇ ਫਿਰ ਸਤਿਗੁਰਾਂ ਦੀ ਮਰਿਆਦਾ ਅਟਲ ਹੈ, ਬਰਾਬਰ ਹੈ। ਮਰਿਆਦਾ ਵਿੱਚ ਕੋਈ ਵਾਦ ਘਾਟ ਨਹੀਂ ਹੈ, ਉਹ ਸਾਰਿਆਂ ਵਾਸਤੇ ਇੱਕੋ ਜਿਹੀ ਹੈ। ਇਹ ਨਹੀਂ ਕੋਈ ਜ਼ਿਆਦੀ ਸੇਵਾ ਕਰ ਰਿਹਾ ਤੇ ਉਹ ਜੋ ਮਰਜ਼ੀ ਕਰੀ ਜਾਵੇ, ਉਹਦੇ ਵਾਸਤੇ ਕੋਈ ਰੋਕ ਟੋਕ ਨਹੀਂ ਹੈ। ਨਹੀਂ, ਗੁਰੂ ਦਾ ਸਿਧਾਂਤ ਬਰਾਬਰ ਹੈ ਸਾਰਿਆਂ ਵਾਸਤੇ। ਭਾਵੇਂ ਕਿੰਨਾ ਵੀ ਪ੍ਰੇਮ ਹੈ, ਪਰ ਫਿਰ ਵੀ ਸਤਿਗੁਰੂ ਪਾਤਸ਼ਾਹ ਜੀ ਇਹ ਦੱਸਣਾ ਚਾਹੁੰਦੇ ਹਨ। ਸ਼ਕਤ ਜਨਾਵਨ ਕਿਆ ਅਪਰਾਧੋ। ਸੋ ਉਸ ਵੇਲੇ ਆਪਨ ਦਾਸ ਕੋ ਨਾਹਿ ਨਹਿਰਿਓ, ਆਪਣੇ ਦਾਸ ਵੱਲ ਵੇਖਿਆ ਨਹੀਂ। ਨਾ ਵੇਖਣ ਦਾ ਕਾਰਨ ਇਹ ਹੈ ਵੀ ਇਹਨਾਂ ਨੇ ਸ਼ਕਤੀ ਕਿਉਂ ਵਿਖਾਈ ਹੈ, ਕਿਉਂ ਬਚਨ ਕੀਤਾ ਕਿ ਤਪੇ ਨੂੰ ਘਸੀਟੋਗੇ ਤੇ ਮੀਂਹ ਪਵੇਗਾ, ਕਿਉਂ ਆਪਣਾ ਆਪ ਜਨਾਇਆ ਹੈ। ਸ਼ਕਤ ਜਨਾਵਨ ਕਿਆ ਅਪਰਾਧੋ। ਸੋ ਇਹਨਾਂ ਨੇ ਸ਼ਕਤੀ ਵਿਖਾਈ ਹੈ, ਅਪਰਾਧ ਕੀਤਾ ਹੈ। ਨਹੀਂ ਕਰਮ ਕੀਨਸ ਇਹ ਸਾਧੂ। ਇਹਨਾਂ ਨੇ ਸਾਧੂਆਂ ਵਾਲਾ ਕਰਮ ਨਹੀਂ ਕੀਤਾ। ਸਾਧੂ ਤੇ ਜਿਹੜਾ ਹੈ ਉਹ ਤੇ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸਾਧੂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਦੁੱਖ ਤੇ ਸੁੱਖ ਦੇ ਵਿੱਚ ਬਰਾਬਰ ਰਵੇ, ਕਦੇ ਵੀ ਆਪਣੇ ਆਪ ਵਿੱਚ ਡੁੱਲਣਾ ਨਾ ਕਰੇ। ਭਏ ਦੀਨ ਮਨ ਮੋਹਨ ਤਾਤ। ਸੋ ਉਸ ਵੇਲੇ ਬਾਬਾ ਮੋਹਨ ਸਾਹਿਬ ਜੀ ਦੇ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਹੋਰ ਨਿਮਰਤਾ ਦੇ ਵਿੱਚ ਆਏ ਹਨ। ਹੁਣ ਸਨਮੁਖ ਹੋਇਓ ਪਛਤਾਤ। ਫਿਰ ਕਹਿਣ ਲੱਗੇ ਪਛਤਾਵਾ ਕਰਕੇ ਤੇ ਫਿਰ ਸਨਮੁਖ ਹੋਏ। ਜਿੱਧਰ ਨੂੰ ਮਹਾਰਾਜ ਨੇ ਮੁਖ ਕੀਤਾ ਸੀ ਨਾ, ਤੀਜੀ ਚੌਥੀ ਦਿਸ਼ਾ ਦੇ ਵੱਲ, ਉਧਰ ਹੀ ਹੋ ਕੇ ਫਿਰ ਅੱਗੇ ਹੋਏ ਨੇ ਤੇ ਬੜਾ ਪਛਤਾਵਾ ਕੀਤਾ ਮਨ ਵਿੱਚ, ਬੜੀ ਨਿਮਰਤਾ ਦੇ ਨਾਲ ਕਹਿਣ ਲੱਗੇ। ਕਹਿਨ ਬਾਕ ਕੋ ਉਦਤ ਭਇਓ ਜਬ। ਸੋ ਉਸ ਵੇਲੇ ਕੁਝ ਕਹਿਣ ਵਾਸਤੇ ਹੱਥ ਜੋੜ ਲੈ, ਬੇਨਤੀ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਉਸ ਵੇਲੇ ਚਤੁਰ ਦਿਸ਼ਾ ਦੇ ਸਮੁਖ ਫੇਰ ਲਿਓ ਤਬ। ਸੋ ਜਦੋਂ ਕਹਿਣ ਲੱਗੇ ਕੁਝ ਬਚਨ, ਤੀਜੀ ਦਿਸ਼ਾ ਦੇ ਵੱਲ ਬੈਠੇ ਨੇ ਤੀਜੇ ਪਾਸੇ, ਹਾਲੇ ਕਿ ਮੂੰਹ ਦੇ ਵਿੱਚੋਂ ਬਚਨ ਨਿਕਲਦਾ, ਸਤਿਗੁਰਾਂ ਨੇ ਉਧਰੋਂ ਵੀ ਮੂੰਹ ਫੇਰ ਲਿਆ ਚੌਥੀ ਦਿਸ਼ਾ ਦੇ ਵੱਲ। ਬਚਨ ਵੀ ਕਰਨਾ ਪਸੰਦ ਨਾ ਕੀਤਾ ਤੇ ਨਾ ਹੀ ਵੇਖਣਾ ਪਸੰਦ ਕੀਤਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ। ਸੋ ਕਹਿੰਦੇ ਚੌਥੀ ਦਿਸ਼ਾ ਦੇ ਵੱਲ ਆਪਣਾ ਮੂੰਹ ਕਰ ਲਿਆ ਹੈ। ਹੋਏ ਉਤਾਇਲ ਮੁਖ ਦਿਸ਼ ਫੇਰ। ਸੋ ਉਸ ਵੇਲੇ ਸਤਿਗੁਰੂ ਅਮਰਦਾਸ ਦੀ 84 ਸਾਲ ਦੀ ਉਮਰ ਹੈ, ਬੜੀ ਛੇਤੀ ਦੇ ਨਾਲ ਉੱਠੇ, ਕਾਲੀ ਦੇ ਨਾਲ ਚੌਥੇ ਪਾਸੇ ਜਿੱਧਰ ਮਹਾਰਾਜ ਦਾ ਮੂੰਹ ਮੁਖ ਹੈ ਉਧਰਲੇ ਬੰਨੇ ਹੋ ਕੇ ਫਿਰ ਹੱਥ ਜੋੜ ਕੇ ਤਰਲਾ ਕੀਤਾ, ਇਸ ਤਰ੍ਹਾਂ ਬੇਨਤੀ ਕੀਤੀ ਹੈ। ਨਿਜ ਅਪਰਾਧ ਸੋ ਬੂਝਿਓ ਹੇਰ। ਹੱਥ ਜੋੜ ਕੇ ਪੁੱਛਿਆ, ਮਹਾਰਾਜ ਕੀ ਗੁਨਾਹ ਹੋ ਗਿਆ, ਕੀ ਗਲਤੀ ਹੋ ਗਈ ਹੈ, ਕੀ ਅਪਰਾਧ ਹੋ ਗਿਆ ਮੇਰੇ ਕੋਲੋਂ, ਜੋ ਤੁਸੀਂ ਆਪਣੇ ਕਿਰਪਾ ਭਰੇ ਨੇਤਰਾਂ ਦੇ ਨਾਲ ਮੇਰੇ ਵੱਲ ਤੱਕਦੇ ਨਹੀਂ, ਮੈਨੂੰ ਵੇਖਣਾ ਪਸੰਦ ਨਹੀਂ ਕਰਦੇ। ਮਹਾਰਾਜ ਕਿਹੜਾ ਐਡਾ ਵੱਡਾ ਅਪਰਾਧ ਕੀਤਾ ਹੈ, ਕਿਰਪਾ ਕਰਕੇ ਦੱਸਣਾ ਕਰੋ। ਹੋ ਪ੍ਰਭ ਗੁਰ ਅਬ ਸ਼ਿਮਾ ਕਰੀ। ਸਤਿਗੁਰੂ ਜੇ ਹੋ ਗਿਆ ਅਪਰਾਧ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਗਲਤੀਆਂ ਨਹੀਂ ਕਰਦਾ, ਹੋ ਗਿਆ ਹੋਵੇਗਾ ਅਪਰਾਧ, ਜੇ ਹੋ ਵੀ ਗਿਆ ਤੇ ਮੈਂ ਹੱਥ ਜੋੜ ਕੇ ਉਹਦੀ ਮੁਆਫੀ ਮੰਗਦਾ ਹਾਂ ਕਿ ਸਤਿਗੁਰੂ ਜੇ ਕੋਈ ਅਪਰਾਧ ਹੋ ਗਿਆ ਤੇ ਕਿਰਪਾ ਕਰਕੇ ਮੁਆਫ ਕਰ ਦਿਓ। ਸ਼ੁਭ ਉਪਦੇਸ਼ ਮੋਹ ਕੋ ਦੀਜੈ। ਤੇ ਮੈਨੂੰ ਸ਼ੁਭ ਉਪਦੇਸ਼ ਦਿਓ, ਜਿੱਥੋਂ ਅੱਜ ਗਲਤੀ ਹੋਈ ਹੈ ਕੱਲ ਨੂੰ ਨਾ ਹੋਵੇ। ਜੇ ਮੈਂ ਅੱਜ ਕੋਈ ਗਲਤੀ ਕਰ ਬੈਠਾ ਤੇ ਇਹ ਨਹੀਂ ਮੈਂ ਮੰਨਦਾ ਨਹੀਂ ਵੀ ਮੈਂ ਨਹੀਂ ਗਲਤੀ ਕੀਤੀ ਕੋਈ, ਮੈਂ ਅੱਜ ਵੀ ਗਲਤੀ ਮੰਨਦਾ ਹਾਂ, ਪਰ ਇਸ ਤਰ੍ਹਾਂ ਦੀ ਗਲਤੀ ਕੱਲ ਨੂੰ ਨਾ ਹੋਵੇ, ਉਹਦੀ ਮੈਂ ਮੁਆਫੀ ਮੰਗਣ ਵਾਸਤੇ ਤੁਹਾਨੂੰ ਬੇਨਤੀ ਕਰਦਾ ਹਾਂ। ਭੁੱਲੇ ਕੋ ਤੁਮ ਬਖਸ਼ਨਹਾਰ। ਗੁਰੂ ਦਾ ਕੰਮ ਹੈ ਭੁੱਲਿਆ ਹੋਇਆਂ ਨੂੰ ਬਖਸ਼ ਦੇਣਾ ਤੇ ਸਿੱਧੇ ਰਸਤੇ ਪਾਉਣਾ। ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡਿਆਂ ਭਾਗਾਂ ਨਾਲ ਹੀ ਮਿਲਦਾ, ਐਸਾ ਗੁਰੂ ਜਿਹੜਾ ਭੁੱਲਿਆ ਹੋਇਆਂ ਨੂੰ ਸਿੱਧੇ ਰਸਤੇ ਪਾ ਦੇਵੇ। ਨਮੋ ਨਮੋ ਗੁਰ ਗਿਆਨ ਉਧਾਰ। ਸਤਿਗੁਰੂ ਜੀ ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਤੁਸੀਂ ਗਿਆਨ ਦੇ ਸਮੁੰਦਰ ਹੋ ਸਤਿਗੁਰੂ ਜੀ। ਸੁਮਗ ਬਤਾਵਨ ਮਹਿ ਪ੍ਰਧਾਨ। ਸ਼੍ਰੇਸ਼ਟ ਮਾਰਗ, ਸ਼੍ਰੇਸ਼ਟ ਰਸਤਾ ਤੁਸੀਂ ਦੱਸਣ ਦੇ ਪ੍ਰਧਾਨ ਹੋ। ਤੁਹਾਡੇ ਵਰਗਾ ਮੁਕਤੀ ਦਾ ਰਸਤਾ ਕੋਈ ਦੱਸ ਨਹੀਂ ਸਕਿਆ।
ਜਦੋਂ ਤੋਂ ਦੁਨੀਆ ਬਣੀ ਹੈ ਬੜੇ ਪੈਗੰਬਰ ਆਏ ਦੁਨੀਆ ਤੇ, ਪਰ ਜਿਹੜਾ ਰਸਤਾ ਤੁਸੀਂ ਦੱਸ ਗਏ ਉਹ ਨਾ ਬੜਾ ਸੌਖਾ ਤੇ ਬੜਾ ਸਿੱਧਾ। ਇਹੋ ਜਿਹਾ ਰਸਤਾ ਸਤਸੰਗਤ ਵਾਲਾ ਕੋਈ ਨਹੀਂ ਦੱਸ ਕੇ ਗਿਆ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਸੋ ਕਹਿ ਲਗੇ ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਜਿੱਥੇ ਤੇਰੀ ਵਡਿਆਈ ਹੁੰਦੀ ਹੈ ਉਹ ਥਾਂ ਹੀ ਸੱਚਖੰਡ ਜਗ੍ਹਾ ਹੈ। ਸੋ ਬਿਨ ਭਾਗਾ ਸਤ ਸੰਗ ਨ ਲੱਭੈ, ਤੇ ਬਿਨ ਸੰਗਤ ਮੈਲ ਭਰੀਜੈ ਜੀਓ। ਵਡ ਭਾਗੀ ਹਰ ਸੰਗਤ ਪਾਵੈ। ਵੱਡਿਆਂ ਭਾਗਾਂ ਵਾਲੇ ਸੰਗਤ ਵਿੱਚ ਬੈਠ ਕੇ ਮੁਕਤੀ ਲੈਂਦੇ। ਪਰ ਇਹ ਜਿਹੜਾ ਉਪਦੇਸ਼ ਹੈ ਇਹ ਗੁਰੂ ਨਾਨਕ ਦੇ ਘਰ ਤੋਂ ਪਹਿਲਾਂ ਨਹੀਂ ਕੋਈ ਦੇ ਸਕਿਆ, ਨਾ ਕੋਈ ਕਹਿ ਸਕਿਆ ਹੈ। ਇਹ ਸੌਖਾ ਰਸਤਾ ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ। ਰਾਵਰ ਕੇ ਸਮਾਨ ਨਹਿਆਨ। ਸਤਿਗੁਰੂ ਜੀ ਤੁਹਾਡੇ ਬਰਾਬਰ ਕੋਈ ਨਹੀਂ ਹੈ ਦੂਜਾ, ਸ੍ਰਿਸ਼ਟੀ ਦੇ ਵਿੱਚ ਕੋਈ ਨਹੀਂ ਹੈ। ਜਿਹੋ ਜਿਹਾ ਤੁਸੀਂ ਆਪ ਹੋ, ਕੇਵਲ ਆਪ ਹੋ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਭਗਤ ਕਬੀਰ ਜੀ ਕਹਿੰਦੇ ਆ ਪਰਮਾਤਮਾ ਕਿਹਦੀ ਵਡਿਆਈ ਤੇਰੇ ਤੁਲ ਕਰੀਏ ਜਿਹੜਾ ਤੇਰੇ ਬਰਾਬਰ ਹੋ, ਕੋਈ ਨਹੀਂ ਹੈ। ਸੋ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਤਰਲਾ ਕਰ ਰਹੇ ਨੇ। ਅਗਲੀ ਵਿਚਾਰ ਕੱਲ ਦੇ ਦੀਵਾਨ ਵਿੱਚ ਸਰਵਨ ਕਰਾਂਗੇ। ਭੁੱਲਾਂ ਚੁੱਕਾਂ ਦੀ ਮੁਆਫੀ, ਸਤਿਗੁਰੂ ਰਹਿਮਤ ਕਰੇ, ਚੜ੍ਹਦੀ ਕਲਾ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨ। ਲੇਖੈ ਕਤਹਿ ਨ ਛੂਟੀਐ, ਖਿਲ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ। ਨਾਨਕ ਪਾਰਿ ਉਤਾਰ ਸੁਮਗ ਬਤਾਵਨ ਮਹਿ ਪ੍ਰਧਾਨ, ਰਾਵਰ ਕੇ ਸਮਾਨ ਨਹਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।